ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਸੋ ਬਹੁਤ ਵੱਡੇ ਭਾਗ ਸਾਧ ਸੰਗਤ ਜੀ ਆਪ ਜੀ ਦੀ ਇਹ ਪੜ੍ਹਾਈ ਕੋਈ ਨਹੀਂ ਕਰਦਾ ਹੁਣ, ਸੋ ਆਪ ਸੰਗਤਾਂ ਨੇ ਕੀਤੀ ਹੈ। ਅੱਜ ਅਸੀਂ ਸਾਰੇ ਉਹੀ ਪੜ੍ਹਾਈ ਕਰ ਰਹੇ ਹਾਂ ਜਿਹੜੀ 50-60 ਸਾਲ ਵਾਸਤੇ ਸਾਨੂੰ ਚਾਹੀਦੀ ਹੈ, ਜਿਹਦੇ ਨਾਲ ਸਾਡੀ ਮੈਰਿਜ ਹੋਵੇਗੀ, ਬੱਚੇ ਹੋਣਗੇ, ਕੋਠੀ ਹੋਵੇਗੀ, ਸੋਹਣੇ ਰਿਸ਼ਤੇਦਾਰ ਹੋਣਗੇ, ਫਿਰ ਖਾਲੀ ਹੱਥ ਜਾਵਾਂਗੇ। ਸੋ ਮਹਾਰਾਜ ਦੇ ਬਚਨ ਹੋਏ ਸੀ, ਰਾਮ ਸਿਮਰ ਇਹ ਤੇਰਾ ਕਾਜ ਹੈ। ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸ਼ਰਨ ਲਾਗ। ਕਹਿੰਦੇ ਭਾਈ ਗੁਰੂ ਸਾਹਿਬ ਦੇ ਚਰਨਾਂ 'ਚ ਆਇਆ ਕਰ। ਜਿੱਥੇ ਵੀ ਆਪਾਂ ਜਾਂਦੇ ਹਾਂ 5-7 ਘੰਟੇ ਮਿਲ ਕੇ ਆਈਦਾ,
जे मासी को जाइए, भैन भरावां किसी को भी दुकान ते सौदा लैन जाइए तां भी 2-2.5 घंटे, कपड़ा लैन चल जाइए शोरूम च तां भी 1.5-2, पर गुरुद्वारे आके 5 मिनट आखो सतनाम। लामा जिहा लाउण आईदा कि महाराज महापुरख हसदे हुंदे सी, बाबा जवाला ਸੀ ਉਹਨੂੰ ਕਹਿੰਦੇ ਮੱਥਾ ਵੀ 2 ਤਰ੍ਹਾਂ ਦਾ, ਆਪਾਂ ਕਿਸੇ ਨਾਲ ਲੜੇ ਹੋਈਏ ਨਾ ਉਹਨੂੰ ਕਹਿੰਦਾ ਜਾ ਤੈਨੂੰ ਮੱਥਾ ਹੀ ਟੇਕਿਆ। ਕਹਿੰਦੇ ਕਿਤੇ ਅੱਜ ਦਾ ਸਿੱਖ ਇੱਦਾਂ ਦਾ ਮੱਥਾ ਤਾਂ ਨਹੀਂ ਟੇਕਦਾ ਮਹਾਰਾਜ ਨੂੰ ਕਿ ਜਾ ਤੈਨੂੰ ਮੱਥਾ ਹੀ ਟੇਕਿਆ। ਕਹਿੰਦੇ ਮਹਾਰਾਜ ਲੱਗਦਾ ਤਾਂ ਇੱਦਾਂ ਹੀ ਆ। ਕਹਿੰਦੇ ਜਿਹੜੀ ਵੀ ਸੰਗਤ ਆਉਂਦੀ ਹੈ ਬਸ ਦੇਗ ਰੱਖ ਕੇ ਤੇ ਪਰਿਕਰਮਾ ਕਰਕੇ ਉਸੇ ਵੇਲੇ ਉੱਠ ਕੇ ਚੱਲ ਜਾਂਦੇ। ਆਖੋ ਸਤਨਾਮ। ਕਹਿਣਾ ਚਾਹੀਦਾ ਪਿਆਰੇ ਨੂੰ, ਭਾਵੇਂ 5 ਮਿੰਟ ਬਹੁਤ ਸਾਧਨਾ, ਕਿਉਂਕਿ ਗੁਰੂ ਆਪਣਾ ਮਾਂ ਪਿਓ ਹੈ। ਜਿਹੜਾ ਵੀ ਭੈਣ ਆਪਣੀ ਮਾਂ ਕੋਲ ਜਾਵੇ ਬਾਪੂ ਕੋਲ 2-4 ਦਿਨ ਤਾਂ ਨਹੀਂ ਰਹੀ ਹੈ। ਅੱਜ ਗੁਰੂ ਗ੍ਰੰਥ ਸਾਹਿਬ ਸੋਚਦੇ ਹੋਣਗੇ ਵੀ ਖਾਣ ਪਾਣ ਨਾ ਹੁੰਦਾ ਤਾਂ ਵੀ 5 ਮਿੰਟ ਤੋਂ ਬਾਅਦ ਕੋਈ ਨਹੀਂ ਪੀਂਦਾ। ਇਹ ਕੀਰਤਨ ਕਰਨਾ ਉੱਥੇ ਵੀ ਆਪਾਂ ਛੇਤੀ ਖਾਣੇ ਪੈ ਜਾਂਦੇ ਹਾਂ। ਸੁਮਾਰੇ ਜੀ ਨੇ ਕਹਿ ਵੀ ਦਿੱਤਾ ਜਾਂ ਗੁਰੂ ਕਾਢੀ ਜਾਂ ਗਰਲੇ ਇਹ ਥੋੜੇ ਗਰਲੇ ਹੀ ਆ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਜੱਗ ਦੇ ਵਿੱਚ ਸੋਹਣੇ ਹਨ, ਜਿਨ੍ਹਾਂ ਨੂੰ ਪਤਾ ਲੱਗ ਗਿਆ ਅਮਰ ਕਾਜ ਤੇਰਾ ਕਿਤੇ ਨ ਕਾਮ, ਮਿਲ ਸਾਧ ਸੰਤ ਪੰਜ ਕੇਵਲ ਨਾਮ। ਸਾਧ ਸੰਤ ਵਿੱਚ ਨਾਮ ਜਪਿਆ ਕਰ, ਨਾਮ ਦੇ ਨਾਲ ਹੀ ਤੇਰੀ ਗਤੀ ਹੋਣੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਪਰਮ ਪਿਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੁੱਕਲ ਵਿੱਚ ਆਪ ਜੀ ਬੈਠੇ ਹੋ। ਗੁਰੂ ਨਾਨਕ ਸਾਹਿਬ ਦਾ ਬਖਸ਼ਿਆ ਮੂਲ ਮੰਤਰ ਜਪਿਆ। ਮਹਾਰਾਜ ਜੀ ਨੇ ਉਹ ਤੋਹਫਾ ਦਿੱਤਾ, ਕਹਿੰਦੇ ਭਾਈ ਸਾਰੀ ਦੁਨੀਆ ਭੁੱਲ ਗਈ ਪਰਮੇਸ਼ਰ ਨੂੰ, ਆਪਣੇ ਧੰਦਿਆਂ 'ਚ ਗ੍ਰਸਤ ਹੋ ਗਈ ਆ। ਇਸ ਕਰਕੇ ਥੋੜੇ ਵਿਰਲੀਆਂ ਰੂਹਾਂ ਨੇ ਜਿਨ੍ਹਾਂ ਦੇ ਉੱਤੇ ਮਹਾਰਾਜ ਪ੍ਰਸੰਨ, ਜਿਹੜੇ ਕਹਿੰਦੇ ਮਨਾ ਜੀ ਇੱਥੇ ਨਹੀਂ ਬੈਠੇ ਤੇ ਫਿਰ ਕਿੱਥੇ ਬਵਾਂਗੇ, ਥਿਰ ਕਰ ਬੈਸੋ ਹਰ ਜਨ ਪਿਆਰੇ। ਮਹਾਰਾਜ ਕਹਿੰਦੇ ਸਤਿਗੁਰ ਤੁਮਰੇ ਕਾਜ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਹਿ ਜਾ, ਤੇਰੇ ਕੰਮ ਤਾਂ ਅਸੀਂ ਕਰਨੇ ਆ, ਜਿੱਥੇ ਮਰਜੀ ਭੱਜ ਲਾ। ਇਹ ਸੱਚ ਹੈ। ਜਿੰਨਾ ਮਰਜੀ ਕਮਾਈ ਕਰ ਲਈਏ, ਜਿੰਨਾ ਮਰਜੀ ਖਾਵ ਲਈਏ, ਜੇ ਗੁਰੂ ਦੀ ਮੋਹਰ ਲੱਗੇ ਤੇ ਆਪਣਾ ਖਪਿਆ ਥਾਏ ਪਵੇਗਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲੜੀਵਾਰ ਕਥਾ ਚੱਲ ਰਹੀ ਹੈ। ਰੋਜ਼ਾਨਾ ਦੀ ਤਰ੍ਹਾਂ ਆਪ ਦੀ ਸਿਮਰਨ ਕਰਦੇ ਹੋ। ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਰਾਗ ਮਹਲਾ ਤੀਜਾ। ਸ਼੍ਰੀ ਰਾਗ ਪਹਿਲਾ ਰਾਗ ਹੈ ਤੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਰਹਿਮਤਾਂ ਕੀਤੀਆਂ ਹਨ, ਦਇਆ ਕੀਤੀ ਹੈ, ਸਾਨੂੰ ਕਲਯੁਗੀ ਜੀਵਾਂ ਨੂੰ ਖੱਬਦਿਆਂ ਤਪਦਿਆਂ ਰੁਲਦਿਆਂ ਨੂੰ ਆਪਣੀ ਬੁੱਕਲ ਵਿੱਚ ਬਿਠਾਇਆ। ਸੋ ਮਹਾਰਾਜ ਜੀ ਦਾ ਕੋਟि ਕੋਟ ਧੰਨਵਾਦ। ਜੇ ਗੁਰਬਾਣੀ ਨਾ ਹੁੰਦੀ ਅਸੀਂ ਪਾਗਲ ਹੋ ਜਾਣਾ ਸੀ। ਜਦੋਂ ਬੰਦਾ ਖੱਬ ਤਪ ਕੇ ਸਾਰਿਆਂ ਨੂੰ ਦਿੰਦਾ ਤੇ ਸਾਰੇ ਕਹਿ ਦਿੰਦੇ ਸਾਡੇ ਲਈ ਕੀ ਕੀਤਾ ਹੀ, ਫਿਰ ਬੰਦੇ ਦਾ ਮਨ ਟੁੱਟਦਾ ਹੈ ਤੇ ਫਿਰ ਉਹ ਕੋਈ ਆਸਰਾ ਲੱਭਦਾ ਹੈ ਤੇ ਆਸਰਾ ਵੀ ਕੋਈ ਨਹੀਂ ਦਿੰਦਾ ਪਰਮੇਸ਼ਰ ਤੋਂ ਬਿਨਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤਿ ਵਿਚਾਰ। ਅਸਲ ਵਿੱਚ ਨਾ ਸਾਧ ਸੰਗਤ ਅਸੀਂ ਸਮਝ ਨਹੀਂ ਸਕੇ ਗੁਰੂ ਸਾਹਿਬ। 100 ਦੇ ਵਿੱਚੋਂ 98% ਲੋਕ ਸਿਰਫ ਰਮਾਲਾ ਦੇਗ ਅਰਦਾਸ ਤੱਕ ਸੀਮਤ ਹੈ। ਅਸੀਂ ਕਦੇ ਪੜ੍ਹਿਆ ਹੀ ਨਹੀਂ ਮਹਾਰਾਜ। ਜਾਂ ਕਹਿਣਗੇ ਬਾਬਾ ਜੀ ਬੱਚੇ ਪੱਕੇ ਹੁਣ 2 ਖੰਡ ਪਾਠ ਕਰਾਵਾਂਗੇ। ਮੈਂ ਕਿਹਾ 5 ਪੂਰੇ ਕਰ ਦਿਓ, ਫਿਰ ਕਿਹੜਾ ਫਰਕ ਪਿਆ। ਤੇ ਬਾਬਾ ਜੀ 5 ਕਰਾ ਦਾਂਗੇ। ਹੈਰਾਨੀ ਹੈ ਵੀ 5 ਪਾਠ ਆਰੰਭ ਤੇ ਹੋ ਗਏ, 3 ਦਿਨ ਕੋਈ ਨਹੀਂ ਆਇਆ। ਜਿਹੜਾ ਅਸਲ ਵਿਸ਼ਾ ਸੀ ਨਾ ਸਾਡਾ, ਸਾਡੇ ਗੁਰੂ ਨੇ ਆਖਿਆ ਸੀ ਜੋ ਪ੍ਰਭ ਕੋ ਮਿਲ ਬੋਝ ਖੋਜ ਸ਼ਬਦ ਮੈਨੇ। ਫਿਰ ਤੇ ਸੱਚਾਈ ਹੈ ਨਾ ਵੀ ਜੋ ਪ੍ਰਮਾਤਮਾ ਕਹਿੰਦਾ ਹੈ
ਉਹਨੂੰ ਫੋਲੋ ਕਰਨ ਦੇ ਬਾਹਰਲੇ ਦੇਸ਼ ਤੇ ਅਖੰਡ ਪਾਠ ਪੰਜਾਬ ਦੇ ਵਿੱਚ ਇੱਕ ਪਿੰਡ 'ਚ 5 ਗੁਰਦੁਆਰੇ 5 ਕਿਲੋਮੀਟਰ ਦੇ ਉੱਤੇ ਕੋਈ ਨਾ ਕੋਈ ਡੇਰਾ ਵੀ ਬਣਿਆ। ਰੱਬ ਨਾਂ ਦੀ ਚੀਜ਼ ਨਹੀਂ ਕੋਈ ਇੱਥੇ ਦੀਦੀ ਆਖੋ ਸਭ ਵਾਹਿਗੁਰੂ। ਸੋ ਇਸ ਕਰਕੇ ਇਹ ਹੈਰਾਨੀ ਦੀ ਗੱਲ ਹੈ ਕਿ ਦੂਸਰੀਆਂ ਕੰਟਰੀਆਂ ਦੇ ਵਿੱਚ ਇੰਨਾ ਜਪ ਤਪ ਨਹੀਂ ਹੋਇਆ, ਇੰਨੀ ਤਪੱਸਿਆ ਨਹੀਂ ਹੋਈ, ਫਿਰ ਵੀ ਡਿਵੈਲਪਮੈਂਟ ਕੀਤੀ ਉਹਨਾਂ ਨੇ। ਸਾਡੇ ਕੋਲ ਇੰਨਾ ਜਪ ਤਪ ਸੀ। ਅੱਜ ਸਭ ਤੋਂ ਔਖਾ ਲੱਗਦਾ ਤੇ ਪੰਜਾਬ ਦੇ ਵਿੱਚ ਰਹਿਣਾ ਲੱਗਦਾ, ਕਿਉਂਕਿ ਅਸੀਂ ਆਪਣੇ ਬਾਪੂ ਨੂੰ ਪੜ੍ਹਿਆ ਨਹੀਂ। ਮਹਾਰਾਜ ਕਹਿੰਦੇ ਜਿਨੀ ਇੱਕ ਮਨ ਨਾਮ ਧਿਆਇਆ, ਕਹਿੰਦੇ ਇੱਕ ਮਨ ਹੋਵੇ ਜਦੋਂ ਗੁਰੂ ਕੋਲ ਬੈਠਾ। ਹੁਣ ਕਈ ਵਾਰੀ ਆਪਾਂ ਗੁਰਦੁਆਰੇ ਬੈਠੇ ਹੀ ਜਾਈਦਾ ਚੌਂਕੜਾ ਮਾਰ ਕੇ, ਪਰ ਮਨ ਤੇ ਸਾਡਾ ਕਿਤੇ ਬਾਜ਼ਾਰ 'ਚ ਫਿਰਦਾ, ਕਿਸੇ ਦਾ ਮੈਸੇਜ ਫਿਰਦਾ, ਕਿਸੇ ਨੇ ਘਰੇ ਕੱਪੜੇ ਧੋਣੇ, ਪਸ਼ੂ ਬੰਨ੍ਹਣ ਵਾਲੇ, ਉਹ ਕਹਿੰਦਾ ਵੀ ਨਾਲ ਦੇ ਨੂੰ ਕਹਿੰਦਾ ਚੱਲੀਏ। ਅਸਲ ਵਿੱਚ ਕਈ ਵਾਰ ਆਪਾਂ ਬਹਿ ਕੇ ਵੀ ਗੁਰੂ ਕੋਲ ਨਹੀਂ ਬਹਿੰਦੇ। ਇੱਕ ਸਾਖੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ। ਕੁਝ ਸਿੱਖ ਕਹਿੰਦੇ ਗਾਉਣ ਵਾਲੀ ਵੇਖਣ ਜਾਣਾ, ਕੁਝ ਕਹਿੰਦੇ ਮਹਾਰਾਜ ਕੁੱਟਣਗੇ। ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਵੀ ਆ ਜਿਹੜੇ ਗਾਉਣ ਵਾਲੀ ਵੇਖਣੀ ਜਾਂ ਨੱਚਣ ਵਾਲੇ, ਇਹ ਸਿੱਖਾਂ ਨੂੰ ਬਿਲਕੁਲ ਰੋਕਿਆ। ਪਹਿਲੇ ਪਾਤਸ਼ਾਹ ਸੰਗਲਾ ਦੀਪ ਗਏ, ਉੱਥੋਂ ਦੇ ਰਾਜੇ ਨੇ ਤਾਂ ਬੀਬੀਆਂ ਲਾਈਆਂ ਨੱਚਣ ਵਾਲੀਆਂ, ਉਹ ਜਿਹੜਾ ਵੀ ਜਾਵੇ ਉੱਥੇ ਫਸ ਜੇ। ਮਹਾਰਾਜ ਜੀ ਨੂੰ ਗਏ, ਕਹਿੰਦੇ ਪੁੱਤ ਸਿਰ ਢੱਕੋ, ਚਲੋ ਉੱਥੇ ਤੁਹਾਡਾ ਪਿਓ ਹਾਂ ਮੈਂ, ਮੇਰੇ ਸਾਹਮਣੇ ਧੀਆਂ ਨਹੀਂ ਨੱਚਦੀਆਂ। ਉਹਨਾਂ ਦਾ ਅੱਖਾਂ ਭਰ ਆਈਆਂ। ਕਹਿੰਦੇ ਰਾਜਾ ਸ਼ਿਵਨਾਵ ਜਿਹਨੂੰ ਤੂੰ ਉਡੀਕਦਾ ਸੀ ਉਹ ਆ ਗਿਆ। ਫਿਰ ਸਾਨੂੰ ਖਤਮ ਕਰਨ ਵਾਸਤੇ ਅਗਲਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਜਗ੍ਹਾ 'ਤੇ ਮੱਸੇ ਰੰਗੜ ਦਾ ਪਲੰਘਾ ਢਹਾਇਆ। ਸਾਨੂੰ ਖਤਮ ਕਰਨ ਵਾਸਤੇ ਚੌਰ ਸਾਹਿਬ ਦੀ ਥਾਂ ਹੁੱਕਾ ਰੱਖਿਆ। ਸਾਨੂੰ ਖਤਮ ਕਰਨ ਵਾਸਤੇ ਜਿੱਥੇ ਕੀਰਤਨ ਹੁੰਦਾ ਸੀ ਉੱਥੇ ਉਹ ਨੱਚਣ ਵਾਲੀ ਬੀਬੀ ਲਾਈ ਹਰਿਮੰਦਰ ਸਾਹਿਬ। ਸਭ ਨੂੰ ਪਤਾ ਸਿਰ ਵੱਢਿਆ ਗਿਆ। ਅਸਲ ਵਿੱਚ ਕਨਸੈਪਟ ਕੀ ਹੈ? ਮਹਾਰਾਜ ਸਾਹਿਬ ਕਿਉਂ ਡੱਕਦੇ ਰਹੇ? ਉਹਨੂੰ ਕਹਿੰਦਾ ਜਦੋਂ ਸਿੱਖਾਂ ਦਾ ਨਾਸਤੋ ਨਬੂਤ ਹੋਣਾ ਨਾ, ਇਹਨਾਂ ਦੇ ਬੱਚੇ ਜਿਹੜੇ ਪਤਤ ਪੁਣੇ 'ਚ ਪੈ ਜਾਣੇ। ਅੱਜ ਸਵਾਲ ਨਹੀਂ ਪੈਦਾ ਹੁੰਦਾ। 50 ਸਾਲ ਹੋ ਗਏ ਗੁਰਦੁਆਰੇ ਆਉਂਦਿਆਂ, ਮੂਲ ਮੰਤਰ ਦਾ ਨਹੀਂ ਪਤਾ। ਇੱਕ ਓਂਕਾਰ ਦੇ ਅਰਥ ਕੀ ਕਹਿੰਦੇ ਮੈਨੂੰ ਨਹੀਂ ਪਤਾ, ਬਾਬੇ ਨੂੰ ਪੁੱਛੋ। ਤੇ ਗੁਰਦੁਆਰਾ ਬਣਾਉਣ ਦਾ ਪਤਾ ਹੀ ਇਹਨੂੰ। ਕਹਿੰਦਾ 7 ਲੱਖ ਰੁਪਈਆ ਗਰਾਈ ਦੇ ਦੂੰ ਮੈਂ, 5 ਗੁਰਦੁਆਰੇ ਅੱਗੇ 6ਵਾਂ ਹੋਰ ਬਣਦੇ ਆ। ਕਹਿੰਦਾ 5 ਲੱਖ ਮੇਰੇ ਵੱਲੋਂ ਵੀ ਲਿਖ ਲਓ, ਪਰ ਮੈਂ ਗਰਾਈ ਦਊਂ, ਗੁਰਦੁਆਰੇ ਨਹੀਂ ਆਉਣਾ, ਨਾਮ ਵਿੱਚ ਬਹਿਣਾ ਹੀ ਆ ਸੰਗਰਾਂਦ ਮੱਸਿਆ ਤੇ। ਸੋ ਇਹਨਾਂ ਹਾਲਾਤਾਂ ਕਰਕੇ ਥੋੜ੍ਹਾ ਜਿਹਾ ਗੁਰੂ ਤੋਂ ਦੂਰ ਹੋ ਗਏ, ਗੁਸਤਾਖੀ ਮਾਫ਼ ਕਰੇ। ਤੀਜੀ ਗੱਲ ਸੀ ਭਾਈ ਜੋਗੇ ਦੀ। ਮਹਾਰਾਜ ਕਹਿੰਦੇ ਕਿਹਦੇ ਜੋਗਾ? ਕਹਿੰਦੇ ਪਾਤਸ਼ਾਹ ਤੇਰੇ ਜੋਗਾ। ਤੇ ਜਦੋਂ ਫਿਰ ਵਿਆਹ ਹੋਣ ਲੱਗਾ ਤੇ ਮਹਾਰਾਜ ਕਹਿੰਦੇ ਵਹੁਟੀ ਜੋਗਾ ਕਿ ਸਾਡੇ ਜੋਗਾ? ਉਹ ਵਿੱਚੇ ਵਹੁਟੀ ਆਪਣੀ ਨੂੰ ਲਾਵਾਂ ਹੋਣ ਲੱਗੀਆਂ ਤੇ ਛੱਡ ਕੇ ਆ ਗਿਆ ਸੀ। ਤੇ ਰਾਹ 'ਚ ਗਾਉਣ ਵਾਲੀ ਲੱਗੀ ਸੀ, ਉੱਥੇ ਆ ਕੇ ਬ੍ਰੇਕਾਂ ਲੱਗ ਗਈਆਂ ਤੇ ਬਾਜਾਂ ਵਾਲਾ ਸਾਰੀ ਰਾਤ ਬੂਹੇ 'ਚ ਖੜੋਤਾ ਰਿਹਾ। ਤੇ ਤੁਹਾਡਾ ਕਿੱਥੋਂ ਭਲਾ ਹੋ ਜਾਊਗਾ ਪੰਜਾਬੀਓ, ਜਿਹੜੇ ਖੁਦ ਪੈਸੇ ਇਕੱਠੇ ਕਰਕੇ ਆ। ਹੁਣ ਗਰਮੀ 'ਚ ਨਾ ਬੜੇ ਮੇਲੇ ਲੱਗਣੇ ਆ, ਉੱਥੇ ਗਾਉਣ ਵਾਲੀਆਂ ਆਉਣੀਆਂ, ਤੇ ਗਰਾਈ ਕਿੰਨੇ ਦਿੱਤੀ? ਅਸੀਂ। ਹੈਰਾਨੀ ਮੈਂ ਲਾਈਵ ਚੱਲਣ ਦਿਆ, ਮੈਂ ਮਾਫੀ ਦਾ ਹੱਕਦਾਰ ਰਹੂੰਗਾ। ਕਿਸੇ ਪੀਰ ਫਕੀਰ ਨੂੰ ਪੁੱਛੋ। ਇੱਕ ਸਵਾਲ ਹੈ ਤੁਹਾਡੇ ਤੇ, ਸਾਰਿਆਂ ਪਿੰਡਾਂ 'ਚ 25-30 ਜਗ੍ਹਾ ਹੈਗੀਆਂ, ਅਸੀਂ ਗਰਾਈ ਵੀ ਕਰਦੇ, ਕਲਾਕਾਰ ਸਾਡੇ। ਇੱਕ ਹੈਰਾਨੀ ਦੀ ਗੱਲ ਹੈ ਵੀ ਇੱਕ ਪੀਰ ਫਕੀਰ ਜਿਹੜਾ ਬੈਠਾ ਬਾਹਰ ਪਿੰਡ ਦੇ, ਹੁਣ ਉਹਦੀ ਜਗ੍ਹਾ ਆਪਾਂ ਵਧੀਆ ਬਣਾਈ ਹੈ ਪੱਕੀ ਕਰਕੇ। ਪਹਿਲਾਂ ਥੋੜ੍ਹਾ ਪੱਕੀ ਸੀ, ਪਹਿਲਾਂ ਜੰਗਲ ਹੋਊਗਾ, ਉੱਥੇ ਬੈਠਾ ਹੋਊਗਾ ਉਹ। ਤੇ ਸਵਾਲ ਇਹ ਪੁੱਛਣਾ ਚਾਹੀਦਾ ਵੀ ਉਹਨੇ ਉੱਥੇ ਕੀਤਾ ਕੀ? ਉਹਨੇ ਉੱਥੇ ਬਹਿ ਕੇ ਕੀਤਾ ਅੱਲਾਹ 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 ਅੱਲਾਹ, ਉਹਨੇ ਇਬਾਦਤ ਕੀਤੀ। ਤੇ ਸਾਡੇ ਵਾਲਿਆਂ ਨਕੰਮਿਆਂ ਦਾ ਰਵੇ ਕੱਖ ਨਾ ਵਿੱਚੇ ਮੈਂ ਆ। ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਚੁੱਕ ਕੇ ਤੇ ਉੱਥੇ ਗਾਉਣ ਵਾਲੀ ਲਾਤੀ। ਹੁਣ ਤੁਸੀਂ ਸਿਆਣੇ ਬੈਠੇ ਹੋ, BA MA ਕੀਤੀ, ਪੜ੍ਹੇ ਲਿਖੇ, ਉਹਦਾ ਵਿਚਾਰੇ ਦਾ ਵਿਸ਼ਾ ਸੀ ਅੱਲਾਹ ਅੱਲਾਹ, ਤੇ ਤੁਸੀਂ ਉਹਨੂੰ ਗਾਉਣ ਵਾਲੀ ਵੇਖਣ ਲਾਤਾ। ਉਹ ਗੰਦੇ ਗਾਣੇ ਸੁਣਦੇ ਆ, ਚਮਕੀਲੇ ਦੇ ਨਖੀਲੇ ਦੇ। ਹੈਰਾਨੀ ਦੀ ਗੱਲ ਹੈ, ਸਾਨੂੰ ਸਮਝ ਨਹੀਂ ਆ ਸਕੀ, ਨਾ ਕੋਈ ਪੁੱਛਦਾ ਹੀ।
कि एक बंदगी वाली रूह ने रब का सिमरन किया, मीह पैन दिया, सिर च गड़े वजन दै, मच्छर इन्ना मोटा पर ऐ दुनियादारी छड्ड के बात करन दिया, असी बेचारे नूं उदे रोल सुटिया। ये कित्थों आया गाउण वाली वाला कंसैप्ट जिहड़ा सी? ये बड़ी शातर लोगों ने साडे च भेजिया। उन्हां कहा इन्हां दे गुरद्वारे ढाते, ये फेर बना लेंदे, इन्हां दे सरोवर पूरे फेर बना लेंदे, इन्हां दा गुरु ग्रंथ साहब साड़िया फेर लै आउंदे सरूप। उन्हां आख्या जे कौम मारनी ते इन्हां दे आउण वाली जिहड़ी पीढ़ी आ ना, मुंडे कुड़ियां, इन्हां नूं गुरु घरों नालों तोड़ के ते नच्चण टप्पण च लाओ। वो सच है, वो सच्चाई है। एक रागी सिंह मरदा है जिन्हें 30 रागां च 31 रागां च कीर्तन किया सारी जिंदगी, ਉਹਦੇ वास्ते कोई जगह नहीं दे रहा भी संस्कार ਉਹਦਾ करना है तो जगह नहीं कोई दे रहा। तो एक बंदा जिहड़ा है, चलो ठीक है, माँ प्यो नूं दुख हुंदा गभरू जवान, पर उन्हें गाया की है तो साडी दुनिया ਉਹਨੂੰ मत्था टेकी। ठीक है, मैं भी मर जाना, तुसी भी मर जाना है, सब ने मर जाना है, गुरु महाराज दे लाल भी शहीद हो गए। हैरानी की गल है भी साडी आउण वाली पीढ़ी नूं किधर नूं लाया जा रहा। आ तुसी जिन्ने भी बैठे हो आ कर्म वाले हैं जिहड़े 5 मिनट बह गए, कोई नहीं बैठा। आउण वाली बच्चे जिहड़े ना घरां च भी कीर्तन कथा हुंदा प्रोग्राम, सारे कुर्सी ते मोबाइल लैके बैठे, कोई नहीं सुनदा महाराज दी गल। ये बहुत वड्डा नुकसान है कौम दा आउण वाले समय च। तो गुरु पातशाह महाराज कहंदे जिनी एक मन नाम ते आया, भी तेरा जिहड़ा मन है ना जुड़ जे। इदां जदों बहिना हुंदा ना गुरु कोले, उदों मन दे विच दूजा ना होवे, बस तू ते मैं होईए। तो गुरु पातशाह महाराज किरपा दे मालक ने, बंदा कल्ला रह भी नहीं सकता, वैसे दूजा चाहिदा कोले, जां टीवी होवे घर च कल्ले होइए, जां मोबाइल होवे। ते महाराज सच्चे पातशाह कहंदे क्यों ना तू कल्ला होवे, तेरे नाल तेरा परमेश्वर होवे। हुण जिहड़े बंदगी करदे ना, वो भी कल्ले नहीं है, उन्हां दी सुरत जुड़दी है, उन्होंने कोई दूजा चाहिदा वा, हर बंदे नूं साथ चाहिदा वा। बैठा भी किहड़ा जांदा कल्ले तो, पर उदों चौंकड़ा वजना जदों कोई दूजा दिस पिया। जिस तरह गुरु नानक साहब जी महाराज 7-8 घंटे स्वादी लग जानी, मरदाना कहंदा बाबा असां तुसां दी काए निभनी नहीं, असां नूं विदा कर दे, तू तां वसदी जाए नहीं, रहे उजाड़ उजाड़। महाराज कहंदे की होया? कहंदे बाबा मेरे तो नहीं तेरे नाल रहा जाना, मेरे तो बैठा नहीं जाता, तो तू जदों बह जाना तू उठन दा नां नहीं लैंदा। तो मैं हसदा हुंदा भी इत्थों बथेरे परिवार गए कनेडा, फोन आउंदा, वो हसणगे, कहंदे भाई साहब तुहाडीआं गल्लां याद आउंदियां भी गुरुद्वारे 5 मिनट बहिए तो गोडे दुखदे आ, लक दुखदा वा, अरदास च नहीं खड़ोता जांदा। कहंदे इत्थे 18-18 घंटे आके काम करन दे, बड़ा सोहना शरीर हुंदा ही कुछ नहीं। मैं कहा जिन्हों 2 लाख दीदा महीने का, वो आपे हट जाता सारा कुछ। आपको सतनाम। इत्थे आपां नूं गुरु भी नहीं दीदा, जो आप समझना नहीं भी गुरु सामने बैठा, आपां कहना रुमाले लगे, पखे चलते, संगत बैठी, वासियां जिहियां लईआं, 2 मिनट पासे पूसे मारे, नाल दे नूं कहंदा चलीए हुण 2 मिनट बह जा, कहंदा नहीं हुण आपां थोड़ा जिहा बाजार भी जाना। इहो जिहा ते साडा गुरु घर आउणा। जिंदगी लंघ चली मत्था टेकदियां, जिस दर को देख कर सर ना झुके उसे दर नहीं कहते, जो दर दर पे झुक जाता उसे सर नहीं कहते। सो महाराज सच्चे पातशाह कहंदे मन एक हो जे, एक मन हो के जुड़ जा, ते फिर की होएगा? एक मन दे नाल गुरमति विचार, गुरु दी मत तेनों प्राप्त होगी। विचार गुरु के अर्थ पता लगणगे भी गुरु की कह रहा। गुरुद्वारे का अर्थ ही सोझी है, जिहड़े आपां गुरुद्वारे बनाए ना, उसका अर्थ की सी? गुरु द्वारे होए सोझी पाई। भी तुसीं ऐतवार आओ, सोमवार आओ, संगरांद भी जिन्ना चिर भी आउणा, कोई गुरु घरों कुछ लैके आओ। बंदा जिथे भी आंदा कुछ लैके आउंदा, जे बाजार गया कुछ लियाऊगा, कपड़े वाली दुकान ते चढ़िया कोई ना कोई लैके उतरूगा, हलवाई को गया कोई ना कोई तो लियाऊगा। पर एक गुरुद्वारा जिथों खाली मुड़ जाता, आपको सतनाम, जिथे भी जाता ना बंदा उथों लै आउंदा कुछ, पर गुरु घरों कुछ नहीं लग्या। 5 मिनट किते 1-2 बचन ही लै जा महाराज जी दे, जिनके मुख सद उजले तित सच्चे दरबार। महाराज कहंदे जेड़े जाप तप कर लेंदे आ,
ਉਹਨਾਂ ਦੇ ਮੂੰਹ ਉਜਲੇ ਮੈਲ ਤੋਂ ਰਹਿਤ, ਜਿੱਦਾਂ ਇੱਕ ਬੱਚਾ ਲਿਬੜਿਆ ਤੇ ਬੜਿਆ ਗੰਦਗੀ ਨਾਲ, ਉਹਨੂੰ ਕੋਈ ਨਹੀਂ ਚੁੱਕਦਾ। ਬਾਪੂ ਆਇਆ ਵਿਹੜੇ 'ਚ, ਬੱਚਾ ਵੇਖਿਆ, ਕਹਿੰਦਾ ਕੁੜੀਓ ਆ ਬੱਚੇ ਨੂੰ ਫੜੋ। ਕੁੜੀਆਂ ਆਈਆਂ, ਜਦੋਂ ਵੇਖਿਆ ਲਿਬੜਿਆ ਤੇ ਬੜਿਆ, ਉਹ ਕਹਿੰਦੀਆਂ ਦਾਦੀ ਆ ਫੜਿਓ ਨਿੱਕੇ ਨੂੰ। ਦਾਦੀ ਨੇ ਵੇਖਿਆ, ਉਹਨੇ ਆਖਿਆ ਕੁੜੇ ਕੀ ਕਰਦੀ ਆ? ਕਹਿੰਦੀ ਬੀਜੀ ਆਟਾ ਗੁੰਨਦੀ ਨਹੀਂ, ਮੁੰਡਾ ਫੜੋ। ਜਦੋਂ ਸਾਰੇ ਜਵਾਬ ਦੇ ਗਏ ਤੇ ਇੱਕ ਮਾਂ ਬਾਹਰ ਆਈ। ਮਾਂ ਕਿਹਨੂੰ ਕਹਿੰਦੇ? ਜਦੋਂ ਮਾਂ ਨੇ ਵੇਖਿਆ ਵੀ ਸਾਰੇ ਲੀੜੇ ਕੱਪੜੇ ਲਵੇੜੀ ਬੈਠਾ ਹੈ, ਸਭ ਜਵਾਬ ਦੇ ਗਏ। ਵੇਖੋ ਇਹ ਬੜੀ ਵੱਡੀ ਉਦਾਹਰਨ ਜੀ। ਬੱਚੇ ਤੇ ਬੁੱਢੇ ਇੱਕ ਬਰਾਬਰ ਹੁੰਦੇ ਨਾ, ਆਪਾਂ ਕਹਿੰਦੇ ਬੱਚੇ ਤੇ ਬੁੱਢੇ ਇੱਕ ਆ। ਉਹੀ ਬੰਦਾ ਜਦੋਂ ਬੁੱਢਾ ਹੋ ਕੇ ਮੰਜੇ ਤੇ ਬਹਿ ਜਾਂਦਾ, ਸਾਰੇ ਉਹਦਾ ਸਾਥ। ਇੱਥੇ ਕਈ ਆਉਂਦੇ, ਬਾਬਾ ਜੀ ਅਰਦਾਸ ਕਰੋ ਬਾਪੂ ਜੀ ਮੰਜੇ ਤੇ, ਉਹਨੂੰ ਮਹਾਰਾਜ ਲੈ ਜਾ। ਮੈਂ ਕਿਹਾ ਮੈਂ ਨਹੀਂ ਕਰਨੀ, ਚੱਲ ਜੋ ਮੇਰੇ ਕੋਲ ਸਾਧਨਾ ਹੈ। ਮੈਂ ਕਿਉਂ ਕਿਸੇ ਨੂੰ ਆਖਾਂ ਵੀ ਮਹਾਰਾਜ ਜੀ ਨੂੰ ਲੈ ਜਾਓ? ਮੈਂ ਨਹੀਂ ਜਾਣਾ ਮਹਾਰਾਜ ਕੋਲ। ਨਹੀਂ ਬਾਬਾ ਜੀ, ਮੈਂ ਕਿਹਾ ਵੀ ਜਦੋਂ ਤੇ 2 ਲੱਖ ਕਮਾਉਂਦਾ ਉਦੋਂ ਤਾਂ ਨਹੀਂ ਆਖਿਆ ਬਾਬਾ ਜੀ ਆ ਵਿੱਚੋਂ ਲੈ ਲਓ 2000 ਤੁਸੀਂ ਵੀ ਆਖੋ ਸਾਧਨਾ। ਜਦੋਂ ਉਹਨੇ 50 ਕਿੱਲੇ ਬਣਾਈ, ਕਿਤੇ ਕਿੱਲਾ ਬਾਬੇ ਨੂੰ ਵੀ ਦੇ ਦਿੰਦੇ ਹੈ। ਉਦੋਂ ਤੇ ਬਾਬੇ ਨੂੰ 10 ਰੁਪਏ ਪਾਟੇ ਦਿੱਤੇ, ਹੁਣ ਉਹ ਮੰਜੀ ਤੇ ਪੈ ਗਿਆ। ਕਿਸੇ ਬੰਦੇ ਨਹੀਂ ਲੱਗਦਾ, ਕਹਿੰਦਾ ਬਾਬਾ ਕਰ ਅਰਦਾਸ। ਬਾਬਾ ਕਿਉਂ ਅਰਦਾਸ ਕਰੇ? ਹੁਣ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਗੁਸਤਾਖੀ ਮਾਫ ਕਰਿਓ। ਤੁਸੀਂ ਰੱਬ ਹੱਸ ਲਈਦਾ ਤੁਹਾਡੇ। ਮਹਾਰਾਜ ਐਸਾ ਨਾ ਕਿਸੇ ਤੇ ਵਕਤ ਲਿਆਵੇ। ਉਦਾਹਰਨ ਦੇ ਰਹੇ ਆ, ਸਾਰੇ ਜਵਾਬ ਦੇ ਗਏ, ਬਾਪੂ ਵੀ, ਬੇਬੇ ਵੀ, ਕੁੜੀਆਂ ਵੀ। ਇੱਕ ਮਾਂ ਆਈ ਅੰਦਰੋਂ, ਹੱਥ ਧੋ ਕੇ ਆਟੇ ਵਾਲੀ, ਉਹਨੂੰ ਲਿਬੜੇ ਹੋਏ ਨੂੰ ਚੁੱਕ ਕੇ ਲੈ ਗਈ ਡਿਊਟੀ ਤੇ। ਸਾਬਣ ਮਾਰ ਕੇ, ਰੂਹ ਨਾਲ ਨਵਾ ਕੇ, ਵਧੀਆ ਕੱਪੜੇ ਪਾ ਕੇ, ਪਾਊਡਰ ਪਾਦਾ। ਉਹੋ ਹੀ ਬੱਚਾ, ਉਹੋ ਹੀ ਘਰ, ਉਹੋ ਹੀ ਥਾਂ। 15 ਮਿੰਟ ਪਹਿਲਾਂ ਲਿਬੜਿਆ ਸੀ, ਸਾਰੇ ਜਵਾਬ ਦੇ ਗਏ। ਹੁਣ ਸੋਹਣਾ ਸੁਨੱਖਾ ਤੇ ਇੱਕ ਦੂਜੇ ਤੋਂ ਖੋ ਕੇ ਫੜਦੇ ਆਪੋ ਸਾਥ। ਕੋਈ ਸਮਝ ਆਈ ਜੀ? ਬੱਚਾ ਵੀ ਉਹ, ਧਰਤੀ ਵੀ ਉਹ, ਘਰ ਵੀ ਉਹ, ਜੀਵ ਵੀ ਉਹ। ਜਦੋਂ ਲਿਬੜਿਆ ਸੀ ਸਭ ਜਵਾਬ ਦੇ ਗਏ। ਜਦੋਂ ਸਾਫ਼ ਹੋ ਗਿਆ, ਇਹਨੂੰ ਮਾਰੇ ਕਹਿੰਦੇ ਸੁਖ ਮੈਂ ਬਹੁ ਸੰਗੀ ਪਏ, ਦੁੱਖ ਮੈਂ ਸੰਗ ਨ ਕੋਏ। ਓ ਨਾਨਕ ਹਰ ਭਜ ਮਨਾ, ਅੰਤ ਸਹਾਈ ਹੋਏ। ਕਹਿੰਦੇ ਆ ਜਾ ਕਰ ਫਿਰ ਗੁਰੂ ਘਰ, ਭਜਦਾ ਅਰਥ ਜਾਣਾ। ਕਹਿੰਦੇ ਬਹਿ ਜਾ ਕਰ ਕਥਾ ਕੀਰਤਨ ਚ, ਇੰਨੇ ਕੰਮ ਆਉਣਾ ਤੇਰੇ। ਆਪਾਂ ਪੜ੍ਹਦੇ ਹਾਂ ਨਾ, ਸੱਜਣ ਸੱਚਾ ਪਾਤਸ਼ਾਹ, ਸਿਰ ਸਾਧੇ ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਇਹ ਗੁਰੂ ਗ੍ਰੰਥ ਸਾਹਿਬ ਐਸੇ ਸੱਜਣ ਆ ਨਾ, ਜਦੋਂ ਸਾਰੇ ਸੱਜਣ ਸਾਥ ਛੱਡ ਜਾਂਦੇ ਬੰਦੇ ਦਾ, ਜਦੋਂ ਸੰਸਕਾਰ ਹੋਣ ਲੱਗਦਾ ਤੇ ਸਾਰੇ ਲੱਕੜਾਂ ਫੜਾ ਕੇ ਪਿਛਾਂ ਹੋ ਜਾਂਦੇ। ਕਹਿੰਦੇ ਬਾਬਾ ਜੀ ਕਿੱਥੇ ਗ੍ਰੰਥੀ ਸਿੰਘ? ਕਹਿੰਦੇ ਉਹ ਖਲੋਤੇ। ਬਾਬਾ ਜੀ ਆ ਜਾਓ, ਕਰੋ ਬੇਨਤੀ। ਹੁਣ ਹੈ ਜਦੋਂ ਅਰਦਾਸ ਹੁੰਦੀ ਹੈ ਨਾ, ਉਦੋਂ ਫਿਰ ਗੁਰੂ ਸਾਹਿਬ ਨੂੰ ਯਾਦ ਕੀਤਾ ਜਾਂਦਾ। ਗੁਰੂ ਨਾਨਕ ਲਈ ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੈ ਕੋਈ ਸਹਾਈ। ਗੁਰੂ ਸਾਹਿਬ ਨੂੰ ਆਖੀਦਾ ਪਾਤਸ਼ਾਹ ਸਹਾਈ ਹੋ। ਹੁਣ ਸਾਡੀ ਬਵਾ ਹੋ ਗਈ ਤੇ ਮਹਾਰਾਜ ਸਾਹਿਬ ਕਹਿੰਦੇ ਇਸ ਕਰਕੇ ਭਾਈ ਕਹੋ ਨਾਨਕ ਹਰ ਭਜ ਮਨਾ, ਵੀ ਜਦੋਂ ਜਿਉਣਾ ਵਾ ਨਾ ਉਦੋਂ ਆ ਜਾਇਆ ਕਰ, ਫੜ ਲਿਆ ਕਰ ਬਾਲਟੀ ਲੰਗਰ 'ਚ, ਉਹ 10 ਮਿੰਟ ਦਾਲ ਵਰਤਾਇਆ ਕਰ, ਸੰਗਤ ਦੇ ਜੂਠੇ ਭਾਂਡੇ ਮਾਂਜਿਆ ਕਰ, ਲੋਹ ਤੇ ਪ੍ਰਸ਼ਾਦੇ ਪਕਾਇਆ ਕਰ। ਤੇ ਮੁੜ ਕੇ ਫਿਰ ਜਦੋਂ ਤੇਰਾ ਅੰਤ ਆਊਗਾ ਤੇ ਫਿਰ ਤੇਰਾ ਗੁਰੂ ਤੇਰਾ ਸਹਾਈ ਹੋਊਗਾ। ਜਦੋਂ ਆਪਣਾ ਅੰਤ ਆਉਣਾ ਨਾ, ਮੇਰਾ ਵੀ ਤੁਹਾਡਾ ਵੀ, ਸਾਰੇ ਰਿਸ਼ਤੇਦਾਰ ਆਉਣੇ ਜਿਨ੍ਹਾਂ ਨਾਲ ਆਪਣਾ ਪਿਆਰ, ਸੱਜਣ ਮਿੱਤਰ ਵੀ ਆਉਣੇ ਜਿਨ੍ਹਾਂ ਨਾਲ ਆਪਾਂ ਬਹਿੰਦੇ ਹੁੰਦੇ। ਇਸ ਤਰ੍ਹਾਂ ਮਾਰੇ ਕਹਿੰਦੇ ਜਿਸ ਤਰ੍ਹਾਂ ਦੁਨਿਆਵੀ ਲੋਕੀ ਰਿਸ਼ਤਾ ਨਿਭਾਉਂਦੇ, ਗੁਰੂ ਵੀ ਨਿਭਾਉਂਦਾ ਜੇ ਕਿਤੇ ਗੁਰੂ ਨਾਲ ਰਿਸ਼ਤਾ ਬਣਿਆ ਹੋਵੇ ਸੀ। ਹੁਣ ਤੁਹਾਡਾ ਰਿਸ਼ਤਾ ਕਰਕੇ ਰੋਜ਼ ਆਉਣੇ, ਚੌਰ ਸਾਹਿਬ ਕਰਦੇ ਆ, ਸੰਗਤ 'ਚ ਬੈਠਨੇ, ਤੁਹਾਡਾ ਪਿਆਰ ਹੋਇਆ ਗੁਰੂ ਨਾਲ। ਸੋ ਸਤਿਗੁਰੂ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਏ। ਸੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿੱਦਾਂ ਮਾਂ ਬੱਚੇ ਦਾ ਮੂੰਹ ਧੋ ਦਿੰਦੀ ਆ, ਸਿੱਖਾ ਗੁਰੂ ਦੇ ਕੋਲ ਬਹਿ ਜਾ, ਗੁਰੂ ਤੇਰਾ ਮੂੰਹ ਧੋ ਦੇਗਾ। ਜਨਮਾਂ ਜਨਮਾਂ ਦਾ ਲਿਬੜਿਆ ਪਿਆ ਤਿੱਤ ਸੱਚਾ ਦਰਬਾਰ,
उस सच्चे दे दरबार दे विच तेरा मुख सोहना दिसू, नहीं तो काला होना ही। बाणी ने फैसला किया वा मूँह काले तिन निंदका, मूँह काला होना। फिर महाराज कहते थाओ ना पाए न कूड़ियार, मुँह काले दूजिक चाले। कहते तेरा मूँह काला करके तेन नरक नूं भेजना बाणी की। पर जे तेरे कोल ये गुण होए ना सेवा सिमरन ते तिनके मुख साधु दिले, फिर तेरा मुख धुप जाएगा। भाव तेरी रूह जेड़ी पवित्र हो जाएगी। आत्मा प्रात्मा एको करे, अंतर की दुविधा अंतर मरे। हाँ जी। कोई अमृत पीवे सदा सदा, सच्चे नाम प्यार। कहते कोई अमृत, अमृत मृत्यु तो रहत कर देने वाली वस्तु, वो फिर रोज छकदे घुट्टां भर के। कौन? सच्चे नाम प्यार, जिन्हां दा नाम दे नाल प्यार पै जांदा है, उन्होंने रस आउण लग पैंदा है। जे आपां शुरू होए जिद्दां पहली क्लास विच बच्चा बहन उठन लगदा ना, आपां किहड़ा स्कूले भेजो, वो घर दे कहण इहनूं किधर भेजना, इहनूं विचारे नूं अजे बोलना ते आउंदा नहीं। जे बीबियां कहदियां चल बहना उठना ते सिखूगा ही, नाले हौली जी कह देणगियां साडे ते गलों लवे सताउंदा बड़ा ही। आखो सतनाम। आम ही गल, अगे 7 साल का स्कूले पाउंदे हुंदे सी ना पुराने समय ते, हुण जिन्ने क 2.5-3 दा ही पा दईदा। नाले बस च बाउणगे ते दादी दादे नूं चाह हुंदा मैं कढावां, वो कहिंदे इहनूं बोलना ते आउंदा नहीं, इहनूं स्कूले पाता। कहणगियां चंगा सो झट के साडा भी सुखदा लग भी किते बहना उठना सीखणगे। इसे तरह साध संगत जी अपनी पहली क्लास अजे आपां नूं बहना उठना नहीं आया, गुरु ग्रंथ साहिब कोले पढ़ाई तो बहुत अगे आ। मेरे ख्याल दे विच ना कई रूहां तो तुहाडे चों बहुत सुलझीआं, ते कई इदां दे जिन्हां दी उम्र 75 साल हो गई, 76 अजे क्लास हुण दाखला लिया, लेट बहुत हो गया। आपको सतनाम। बाबे फरीद ने कहा काली जिनी ना राविया, धौली रावे कोई, कर साई स्यो पिरहड़ी, रंग नवेला। कहते आ जा। वैसे स्कूल दे विच ना जो बच्चा 10-12 साल का उन्होंने कोई भी स्कूल दाखला नहीं दिंदा, कहते इनू कित्थे रख छड्डिया सी। और तुहाडा गुरु फिर भी किन्ना दयाल जे, भावें 80 दे की 95 दे भी चुक के लैओ, गुरु फिर भी नाम लिख लैंदा। आपको सतनाम। नहीं तो इदा कोई नहीं करता। किस कोई भी जॉब है ना, आ सारे हुण रोंदे, मोदी कहते ना आर्मी 4 साल कर देनी। ਉਹਨੂੰ ਬੰਦਾ ਪੁੱਛੇ ਵੀ 4 ਸਾਲ 'ਚ ਤੇ ਟ੍ਰੇਨਿੰਗ ਹੀ ਮਹਾਂ ਸਮਝ ਆਉਂਦੀ ਤੇ ਦੇਸ਼ ਦੇ ਉੱਤੇ ਕਬਜ਼ਾ ਕਰਾਉਣਾ ਕਿਸੇ ਦਾ। ਵੀ ਜਿਹੜੇ ਬੰਦੇ ਦਾ ਤਜਰਬਾ ਹੀ ਹੈ ਨਹੀਂ ਹੈ, ਉਹ ਭਾਵੇਂ ਕਥਾ ਹੋਵੇ ਕੀਰਤਨ ਹੋਵੇ, ਨਵਾਂ ਬੰਦਾ ਤੇ ਡੋਲਿਆ ਹੁੰਦਾ ਜੀ, ਉਹਨੂੰ ਇਹ ਜਿਵੇਂ ਜਿਵੇਂ ਲੱਗਦਾ ਬੰਦਾ ਨਾ ਉਹਦਾ ਤਜਰਬਾ ਵੱਧਦਾ। ਹੁਣ ਦਾਸ ਨੂੰ 11 ਸਾਲ ਹੋ ਗਏ ਇਸ ਪਾਸੇ ਲੱਗਿਆ, ਅਜੇ ਵੀ ਕੰਬਦੇ ਆ। ਤੇ ਜਿਹੜਾ 3 ਮਹੀਨੇ ਲਾ ਕੇ ਆਖੇ ਵੀ ਮੈਂ ਇੱਥੇ ਬਹਿ ਜਾਊਂ, ਤੇ ਉਹਦਾ ਤੇ 11 ਸਾਲਾਂ ਦਾ ਫਰਕ ਤੇ ਹੈਗਾ ਹੀ ਆ। तो इस करके जिवें जिवें धक्के खाईदे, कुछ नवां सीखण नूं मिलदा, कुछ आप दुनियादारी च हुण तजर्बा वा। आर्मी दे 8-7 साल के तजर्बे च लग जाते, फिर जाके किते गन फड़नी। कहने 4 साल की सर्विस कर दिओ, मेरे वेले ना ही देश नूं गुलाम बना दिओ। आपको सतनाम। 4 साल की नौकरी है। इस तरह करके कोई भी चीज़ है ना समा मंगदी है। तो रिटायरमेंट जी 50-55 साल ते हुण SGPC की साडी रिटायरमेंट 58 साल आ। तो मैं तां ये वजन किया भी कोई भी अदारा जिहड़ा है ना 50 साल तो बाद एंट्री नहीं दिंदा। ये गुरु नानक का घर ही है। मारे सच्चे पातशाह कहंदे आ जा। एक कहावत सी साडे दादे ने कहना, गुरु गोबिंद सिंह 60 साल तक ਡੀਕਦਾ। मैं कहा भी ये कित्थे लिखिया दादू, किहड़े ग्रंथ च पढ़िया ही? कहंदे पुੱਤ सीना मसीना सुनिया भी बाजां वाला 60 साल तक ਡੀਕਦਾ आनंदपुर। ਉਹਦਾ ਕਾਰਨ ਇਹ ਸੀ, ਉਹ ਇੱਕ ਭਾਵਨਾ ਸੀ ਸਾਡੀ, ਕਿਉਂਕਿ 60 ਤੱਕ ਸਰੀਰ ਤੰਦਰੁਸਤ ਰਹਿੰਦਾ, ਮੁੜ ਕੇ ਤੇ ਉਦਾਂ ਹੀ ਘਰ ਜੋਗੇ ਹੀ ਹੈ। ਉਹ ਤਾਂ ਇਹ ਸ਼ਬਦ ਪ੍ਰਚਲਿਤ ਹੋ ਗਿਆ ਵੀ ਇੰਨੇ ਸਾਲਾਂ ਤੱਕ ਮਾਰੇ ਡੀਕਦੇ ਆ। ਅੱਜ ਵੀ ਮਾਰੇ ਡੀਕਦੇ ਆ। ਬਾਣੀ ਕਹਿ ਰਹੀ ਨਾ ਕਾਲੀ ਜਿਨੀ ਨਾ ਰਾਵਿਆ, ਵੀ ਜਿੱਦਣ ਜਵਾਨੀ ਸੀ ਦਾੜਾ ਕਾਲਾ ਸੀ, ਚੱਲ ਪੁੱਠੇ ਸਿੱਧੇ ਕੰਮ ਕਰ ਲਏ, ਕੋਈ ਨਹੀਂ ਧੌਲੀ ਰਾਵੇ ਕੋਈ। ਹੁਣ ਚਿੱਟੇ ਹੋ ਗਏ, ਹੁਣ ਹੀ ਆ ਜਾ। ਉਹ ਅਜੇ ਵੀ ਮੌਕਾ ਹੀ ਸਾਂਭ ਲਾ, ਕਿਉਂਕਿ ਤੇਰਾ ਬਾਪੂ ਇੰਨਾ ਦਿਆਲ ਹੈ, ਦੁਨੀਆ ਦਾ ਕੋਈ ਅਦਾਰਾ ਕੋਈ ਸੰਸਥਾ ਬੁੱਢੇ ਬੰਦੇ ਨੂੰ ਦਾਖਲਾ ਨਹੀਂ ਦਿੰਦੀ।
ਇੱਥੇ 80 ਸਾਲਾਂ ਦਾ ਬਾਪੂ ਸਿਰ ਤਲੀ ਤੇ ਰੱਖ ਕੇ ਗੁਰੂ ਰਾਮਦਾਸ ਦੀ ਪ੍ਰਕਰਮਾ 'ਚ ਨੌਕਰੀ ਕਰਨ ਦਿਆ। ਵਾਹਿਗੁਰੂ ਨੌਕਰੀ ਕਰਨ ਦਿਆ, ਸਾਹਿਬ ਦੀ ਚਾਕਰੀ ਕਰਨ ਦਿਆ। ਕੁਲਦੀਪ ਬਰਾੜ ਜਿਨੇ ਕਿਤਾਬ ਲਿਖੀ ਬਲੂ ਸਟਾਰ ਸਾਕਾ ਨੀਲਾ ਤਾਰਾ, ਹਰਿਮੰਦਰ ਸਾਹਿਬ 1984 ਦਾ ਟੈਗ, ਉਹ ਬੰਦੇ ਨੇ ਆਪ ਲਿਖਿਆ ਕਿ ਨਾ ਜਿੱਥੇ ਬਾਬਾ ਦੀਪ ਸਿੰਘ ਦਾ ਸਥਾਨ ਹੈ ਐਵੇਂ ਨਹੀਂ ਸ਼ਹੀਦਾਂ ਸਿੰਘਾਂ ਦੇ ਚੋਲੇ ਚੜ੍ਹਦੇ, ਜੋਤਾਂ ਜਗਦੀਆਂ, ਵੀ ਤੰਗੀ ਦਿੰਦੇ ਕਈਆਂ। ਕਈ ਪ੍ਰਚਾਰਕਾਂ ਨੂੰ ਬੜੀ ਤੰਗੀ ਆਉਂਦੀ, ਕਹਿੰਦੇ ਨਿਸ਼ਾਨ ਸਾਹਿਬ ਨੂੰ ਮੱਥਾ ਨਾ ਟੇਕੋ, ਇਹ ਚੋਲੇ ਨਾ ਚੜਾਓ, ਗਰੀਬਾਂ ਨੂੰ ਕੱਪੜਾ ਦੇ ਦਿਓ, ਤੁਹਾਡਾ ਭਲਾ ਹੋ ਜੇ ਨਿਸ਼ਾਨ ਸਾਹਿਬ ਨਾ ਹੁੰਦਾ ਤੇ ਕੌਮ ਦਾ ਨਾਂ ਨਾ ਦੁਨੀਆ 'ਚ ਹੁੰਦਾ। ਅੱਜ ਹਰ ਦੇਸ਼ ਦਾ ਆਪਣਾ ਨਿਸ਼ਾਨ ਹੈ, ਪਰ ਜਿਹੜਾ ਸ਼ਹੀਦਾਂ ਦਾ ਨਿਸ਼ਾਨ ਸਾਹਿਬ ਹੈ 176 ਦੇਸ਼ਾਂ ਦੇ ਵਿੱਚ ਝੁੱਲਣ ਦਿਆ। ਸਤਿਨਾਮ ਵਾਹਿਗੁਰੂ। ਇਹਨੂੰ ਵੀ ਲਾਉਣ ਨੂੰ ਫਿਰਦੇ ਪਾਪੀ ਜੀ। ਮੱਥਾ ਕਿਉਂ ਟੇਕਣਾ? ਕਿਉਂ ਨਾ ਮੱਥਾ ਟੇਕੀਏ? ਸਾਡੇ ਵੱਡਿਆਂ ਨੇ ਝੁਲਾਏ ਸਿਰ ਦੇ ਕੇ, ਲੋਕੀ ਜਠੇਰੇ ਬਣਾ ਕੇ ਮੱਥਾ ਟੇਕੀ ਜਾਂਦੇ। ਉਹ ਪਾਈ ਸੀ ਨਾ ਭਜਨੇ ਅਮਲੀ ਦੀ, ਉਹ ਕਹਿੰਦਾ ਬੀਬੀ ਜੀ ਇਹ ਜੋਤ ਜਗਾਈ ਕੜਾਹ ਪ੍ਰਸ਼ਾਦ, ਕਹਿੰਦੇ ਪੁੱਤ ਸ਼ਹੀਦ ਸਿੰਘ ਆ। ਕਹਿੰਦਾ ਬੇਬੇ ਕਿਹੜੀ ਲੜਾਈ 'ਚ ਸ਼ਹੀਦ ਹੋਇਆ? 65 ਦੀ 71 ਦੀ ਜਾਂ ਕਿੱਥੇ ਸ਼ਹੀਦ ਹੋਇਆ? ਕਹਿੰਦੇ ਪੁੱਤ ਸ਼ਹੀਦ ਹੋਏ ਆ ਬਸ ਇੰਨਾ ਪਤਾ। ਕਹਿੰਦੇ ਦੱਸ ਤੇ ਸਹੀ ਸ਼ਹੀਦ ਕਿੱਦਾਂ ਹੋਏ? ਕਹਿੰਦੇ ਬਸ ਸ਼ਰਾਬ ਕੱਢਦੇ ਸੀ, ਭੱਠੀ ਲੱਗੀ ਤੇ ਤੱਤੀ ਪੀ ਗਿਆ ਤੇ ਮਰ ਗਿਆ। ਤੇ ਫਿਰ ਕਹਿੰਦੇ ਉੱਥੇ ਜਗ੍ਹਾ ਬਣਾਤੀ ਤੇ ਸ਼ਹੀਦ ਹੈ। ਪਤਾ ਨਹੀਂ ਕਿੰਨੇ ਕੁ ਸ਼ਹੀਦ ਬਣਾਈ ਫਿਰਦੇ ਲੋਕ। ਆਪਣੇ ਬਾਪੂ ਬੇਬੇ ਗੁੱਸਾ ਨਹੀਂ ਜੀ, ਸੱਚਾਈ ਹੈ। ਸਾਨੂੰ ਸ਼ਬਦਾਂ ਦਾ ਤੋਲ ਬੋਲ ਨਹੀਂ ਆਉਂਦਾ। ਆ ਕਈ ਜਠੇਰਿਆਂ ਤੇ ਵੇਖੀਦਾ ਨਾ 85 ਲੱਖ ਰੁਪਈਏ ਦੇ ਥਾਂ ਬਣਾਏ ਪੱਥਰ ਲਾ ਕੇ। ਇਤਿਹਾਸ ਕੀ ਉਹਨਾਂ ਦਾ? ਕੁਛ ਨਹੀਂ। ਉਹ ਆਪਣੇ ਦਾਦੇ ਬਾਬੇ ਸੀ, ਪੈਲੀਆਂ ਪੁਲੀਆਂ ਬਣਾ ਕੇ ਵਿਆਹ ਸ਼ਾਦੀਆਂ 5-4 ਵਿਆਹ ਕਰਾਏ ਸੀ, ਟੱਬਰ ਵੱਡਾ ਸੀ, ਕੁਝ ਬਾਹਰ ਚਲੇ ਗਏ, ਸਾਰਿਆਂ ਰਲ ਕੇ ਜਗ੍ਹਾ ਬਣਾਤੀ ਤੇ ਉਹ ਬਸ ਉਹਦਾ ਧੰਨਵਾਦ ਕੀਤਾ ਵੀ ਸਾਨੂੰ 5 ਕਿੱਲਿਆਂ ਤੋਂ 50 ਬਣਾ ਕੇ ਦੇ ਗਿਆ, ਤੇ ਬਣਦਾ ਵੀ ਆ ਕੋ ਸਤਿਨਾਮ। ਇਹ ਤੋਂ ਵੱਧ ਕੁਛ ਨਹੀਂ, ਮਾਫੀ ਦੇ ਦਿਓ ਮੈਨੂੰ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ। ਲੋਕੀ ਜਿਹੜੇ ਉਹ ਤਾਂ ਉਹਨਾਂ ਦੇ ਬਦਲੇ, ਪਰ ਅੱਜ ਵੀ ਉਹ ਬੰਦੇ ਨੇ ਲਿਖਿਆ ਹੈ ਕਿ ਗੁਰੂ ਰਾਮਦਾਸ ਦੀ ਪ੍ਰਕਰਮਾ ਦੇ ਵਿੱਚ ਬਾਬਾ ਦੀਪ ਸਿੰਘ ਅਜੇ ਵੀ ਚਾਕਰੀ ਕਰਨ ਦਿਆ। ਹਾਂ, ਅੱਜ ਵੀ ਉੱਥੇ ਉਹ ਖੰਡਾ ਲੈ ਕੇ ਪ੍ਰਕਰਮਾ 'ਚ ਹੈ। ਤੇ ਬਾਬੇ ਰਾਮਦਾਸ ਪਿਤਾ ਜੀ ਨੇ ਆਖਿਆ ਸੀ, ਦੀਪ ਸਿਆਂ ਜਦੋਂ ਸੰਗਤ ਮੇਰੇ ਮੱਥਾ ਟੇਕਣ ਆਊਗੀ ਨਾ ਨਮਸਕਾਰ ਕਰਨ, ਤੇ ਤੇਰੇ ਨਾਲ ਮੇਰਾ ਪਿਆਰਾ ਵਾਅਦਾ ਰਿਹਾ, ਪਹਿਲਾਂ ਤੈਨੂੰ ਸਿਰ ਝੁਕਿਆ ਕਰੂ, ਮੇਰੇ ਕੋਲ ਬਾਅਦ 'ਚ ਆਇਆ ਕਰ। ਅੱਜ ਪਹਿਲਾਂ ਉੱਥੇ ਸੰਗਤ ਸਿਰ ਝੁਕਾਉਂਦੀ ਬਾਬਾ ਦੀਪ ਸਿੰਘ ਦੇ ਪ੍ਰਕਰਮਾ 'ਚ, ਤੇ ਫਿਰ ਹਰਿਮੰਦਰ 'ਚ ਦਾਖਲ ਹੋਈਦਾ। ਕੋਈ ਕਿੰਤੂ ਨਾ ਕਰੇ। ਜਿਨ੍ਹਾਂ ਦੇ ਅੰਦਰ ਅੱਜ ਵੀ ਸ਼ਹੀਦਾਂ ਸਿੰਘਾਂ ਪ੍ਰਤੀ ਭਾਵਨਾ ਨਾ, ਕੁਲਾਂ ਧਾਰ ਦਿੰਦੇ, ਕੁਲਾਂ ਆਖੋ ਸਤਿਨਾਮ। ਮੈਂ ਤਾਂ ਕਈ ਪਿੰਡਾਂ 'ਚ ਵੀ ਕਹਿੰਦਾ ਨਾ ਵੀ ਤੁਸੀਂ ਕੱਪੜੇ ਰੋਜ਼ ਨਵੇਂ ਪਾਉਣੇ, ਕਿਹੜੇ ਮਹਿੰਗੇ ਵਰੀ ਬਣਾਉਣੇ ਆ, ਕਿਤੇ ਗੁਰਦੁਆਰੇ ਦਾ ਨਿਸ਼ਾਨ ਸਾਹਿਬ ਵੀ ਵੇਖ ਲਿਆ ਕਰੋ, ਰੱਬ ਦਾ ਵਾਸਤਾ। ਜੇ ਬਣਾ ਲਏ ਗੁਰਦੁਆਰੇ ਇਹ 5-6 ਬਣਾ ਲਏ, ਨਿਸ਼ਾਨ ਸਾਹਿਬ ਦਾ ਚੋਲਾ ਲੀੜਾ ਹੋਇਆ ਪਿਆ, ਉਹ ਵਿੱਚੋਂ ਲੋਹਾ ਦਿਸਣ ਦਿਆ, ਕਿਸੇ ਬੰਦੇ ਦਾ ਧਿਆਨ ਨਹੀਂ ਇੱਧਰ ਵੀ ਇਹ ਨਿਸ਼ਾਨ ਸਾਹਿਬ ਦੇ ਇਤਿਹਾਸ ਕੀ ਆ, ਇਹਦਾ ਅਰਥ ਕੀ ਆ। ਬਸ ਲਾਉਣ ਨੂੰ ਕਾਲੇ ਆ, ਲਾ ਲੈਂਦੇ ਤੇ ਮੁੜ ਕੇ ਚੇਤਾ ਭੁੱਲ ਜਾਂਦਾ। ਉਹ ਕਾਲਾ ਸ਼ਾਹ ਚੋਲਾ ਹੋਇਆ, ਥੱਲੇ ਲੋਹਾ ਦਿਸਣ ਦਿਆ, ਤੇ ਸਾਰੇ ਜਾਣੇ ਅਰਦਾਸਾਂ ਕਰਾਈ ਹੋਣ। ਤੇ ਮੈਂ ਫਿਰ ਉਹਨੂੰ ਕਿਹਾ, ਮੇਨ ਬੰਦੇ ਨੂੰ, ਸੈਕਟਰੀ ਨੂੰ, ਮੈਂ ਕਿਹਾ ਆਪਣੇ ਦੋਵਾਂ 'ਚ ਗੱਲ ਆ, ਥੋੜ੍ਹਾ ਬਾਹਰ ਆ, ਕਥਾ ਕਰਕੇ ਨਿਕਲੇ। ਮੈਂ ਕਿਹਾ ਇੱਧਰ ਵੇਖੋ, ਧਿਆਨ ਦਿਆ ਕਰੋ, ਹਰ ਮਹੀਨੇ ਬਾਅਦ ਚੋਲਾ ਚੜਾਇਆ ਕਰੋ। ਕਹਿੰਦੇ ਜੀ 7 ਵਜੇ ਸਾਡੇ ਮਾਈਂਡ 'ਚੋਂ ਨਿਕਲਿਆ ਸੀ। ਮੈਂ ਕਿਹਾ ਤੁਹਾਡੇ ਮਾਈਂਡ 'ਚੋਂ ਤੇ ਨਿਸ਼ਾਨ ਸਾਹਿਬ ਨਿਕਲਿਆ, ਤੁਹਾਡੇ ਬੱਚਿਆਂ ਦੇ ਮਨ 'ਚੋਂ ਗੁਰਦੁਆਰਾ ਹੀ ਨਿਕਲ ਜਾਣਾ। ਆਉਣ ਵਾਲਾ ਸਮਾਂ ਵੇਖਿਓ ਜੇ ਤੁਸੀਂ। ਤੁਸੀਂ ਜਿਹੜੇ ਪੁਰਾਣੇ ਆ ਨਾ, ਤੁਹਾਡੇ ਹੱਥ ਜੁੜਦੇ ਇੱਦਾਂ, ਵਾਹਿਗੁਰੂ ਮਾਰੇ ਬਾਬਾ ਜੀ। ਆ ਜਿਹੜੀ ਆਉਣ ਵਾਲੀ ਪੀੜ੍ਹੀ ਤੇ ਨਾਸਤਿਕ ਆ, ਇਹ ਤੇ ਸਿੱਧੇ ਆਉਂਦੇ। ਕਹੋ ਹਾਂ ਕਿਸੇ ਨੂੰ ਸਵੇਰੇ ਉੱਠਣ ਨੇ ਕਹਿਣਾ ਪਾਪਾ ਪਰੇ ਹੋ ਜਾ, ਉੱਠ ਕੇ ਕੀ ਹੁੰਦਾ ਸਵੇਰੇ? ਕਿਸੇ ਨੂੰ ਕਹੀ ਪੁੱਤ ਜਪਜੀ ਸਾਹਿਬ ਪੜ੍ਹ, ਜਪਜੀ ਸਾਹਿਬ ਜੀ ਕੀ ਆ? ਜਾਓ ਮੁੰਡਿਓ ਪੁੱਤ ਗੁਰਦੁਆਰੇ ਜਾਓ। ਸਾਡਾ ਸਮਾਂ ਸੀ, ਛੋਟੇ ਸੀ, ਨਿੱਕੇ 5ਵੀਂ 4ਥੀ 'ਚ ਦਾਦੀ ਨੇ ਗੁਰਦੁਆਰੇ ਆਉਣਾ ਤੇ ਉਹਦੇ ਹੱਥ 'ਚ ਕੌਲੀ ਹੁੰਦੀ ਸੀ ਪ੍ਰਸ਼ਾਦ ਵਾਲੀ, ਤੇ ਸਾਰੇ ਬੱਚਿਆਂ ਨੇ ਮਗਰ ਭੱਜ ਪੈਣਾ, ਕੌਲੀ ਖੋ ਕੇ ਰੋੜ ਲੈਣੀ। ਇੰਨਾ ਚਾਹ ਹੁੰਦਾ ਸੀ, ਕਹਿਣਾ ਮੈਨੂੰ ਪ੍ਰਸ਼ਾਦ ਦੇ ਮੈਨੂੰ। ਅੱਜ ਬੀਬੀ ਪ੍ਰਸ਼ਾਦ ਘਰੇ ਲੈ ਗਈ ਹੈ, 15 ਦਿਨ ਹੋ ਗਏ ਫਰਿੱਜ 'ਚ ਉੱਲੀ ਲੱਗ ਗਈ ਹੈ, ਕਿਸੇ ਨੇ ਖਾਧਾ ਨਹੀਂ। ਆਹ ਫਰਕ ਪਿਆ ਹੀ ਉਸ ਚੀਜ਼ ਨਾਲੋਂ ਅੱਜ ਦਾ। ਤੇ ਮਹਾਰਾਜ ਕਹਿੰਦੇ ਆਖਾਂ ਜੀਵਾਂ ਵਿਸਰੇ ਮਰ ਜਾ, ਗੁਰੂ ਦੀ ਦੇਗ ਉੱਲੀ ਲੱਗ ਗਈ,
और जाके भईयां दे बनाए हुए गंद पिल वाले भटूरे ते अल्लड़ पल्लड़ वड़ वड़ खाई जांदा ही वड़ वड़ आखो सतनाम। बया बर्गर भी पिया होवे 3 दिनां दा ते ओह भी खा जांदे जवाक, इन्ना प्यार करदे ओनू। ते देग नूं कहंदे नो सॉरी वेरी वेरी सॉरी, पता नहीं किहड़ी भाषा बोलदे आ। तो इस करके मेरे पातशाह महाराज जी बड़ा प्यार करदे, कहंदे गुरु दा रस छकिया कर, सच्चे नाम प्यार तेरा प्यार पै जावे। भाई रे गुरमुख सदा पत होए। कहंदे हे मेरे भाई जना, ਜਿਹੜੇ ਗੁਰਮੁਖ ਹੁੰਦੇ ਨਾ ਉਹਨਾਂ ਦੀ ਇੱਜ਼ਤ ਰਹਿ ਜਾਂਦੀ, ਉਹਨਾਂ ਨੂੰ ਮਹਾਰਾਜ ਬਹੁਤ ਪਿਆਰ ਦਿੰਦੇ। ਫਿਰ ਦਰਗਾਹ ਦੇ ਵਿੱਚ ਹਰ ਹਰ ਸਦਾ ਧਿਆਈਏ, ਮਲ ਹੋਮੈ ਕੱਢੇ ਧੋਏ। ਜਿਹੜੀ ਵੀ ਜੀਵ ਇਸਤਰੀ ਪਰਮੇਸ਼ਰ ਦਾ ਨਾਮ ਧਿਆਉਣਾ ਸ਼ੁਰੂ ਕਰਦੀ, ਉਹਦੇ ਅੰਦਰੋਂ ਮੈਲ ਨਿਕਲਦੀ। ਕਈ ਸੰਗਤਾਂ ਦਾ ਸਵਾਲ ਹੁੰਦਾ, ਬਾਬਾ ਜੀ ਜਦੋਂ ਬਾਣੀ ਪੜ੍ਹਦੇ ਆ ਨਾ ਬੜੇ ਭੈੜੇ ਭੈੜੇ ਖਿਆਲ ਆਉਂਦੇ, ਬੜੇ ਭੈੜੇ ਸੁਪਨੇ ਆਉਂਦੇ। ਮੈਂ ਕਿਹਾ ਹਾਂਜੀ ਹੋਰ? ਕਹਿੰਦੇ ਵੀ ਮਨ ਬੜਾ ਭੜਕਦਾ, ਏਦਾਂ ਲੱਗਦਾ ਵੀ ਗੁਟਕਾ ਸਾਹਿਬ ਰੱਖ ਕੇ ਉੱਠ ਜਾ। ਮੈਂ ਕਿਹਾ ਹੋਣਾ ਹੀ ਹੈ। ਕਹਿੰਦੇ ਬਾਬਾ ਜੀ ਕਿਉਂ ਹੁੰਦਾ? ਮੈਂ ਕਿਹਾ ਭੈਣੇ ਕੱਪੜੇ ਧੋਣੀ ਆ? ਕਹਿੰਦੀ ਧੋਣੀ ਆ। ਮੈਂ ਕਿਹਾ ਜਦੋਂ ਮਸ਼ੀਨ ਦੇ ਵਿੱਚ ਸਰਫ ਪਾ ਕੇ ਤੇ 4 ਗੇੜੇ ਆਉਂਦੇ ਆ ਤੇ ਉਹ ਪਾਣੀ ਜਿਹੜਾ ਕਿੱਦਾਂ ਦਾ ਹੋ ਜਾਂਦਾ? ਚਿੱਟਾ ਪਾਣੀ ਹੁੰਦਾ ਤੇ ਕੀ ਬਣ ਜਾਂਦਾ? ਕਾਲਾ ਸ਼ਾਹ। ਉਹ ਕਿਉਂ ਕਾਲਾ ਹੋਇਆ? ਕਹਿੰਦੇ ਜੀ ਬਾਬਾ ਕੱਪੜਿਆਂ ਦੀ ਮੈਲ ਨਿਕਲ ਗਈ। ਸਾਡੇ ਅੰਦਰ ਵੀ ਇੰਨੀ ਗੰਦਗੀ ਇਕੱਠੀ ਹੋਈ ਹੈ ਨਾ, ਜਦੋਂ ਆਪਾਂ ਪਾਠ ਕਰਦੇ ਹਾਂ, ਗੁਰੂ ਨਾਲ ਜੁੜਨ ਦਾ ਯਤਨ ਕਰਦੇ ਤੇ ਉਹ ਮੈਲ ਉਗਲਦੀ ਆ, ਉਹ ਬਾਹਰ ਨੂੰ ਆਉਂਦੀ ਆ। ਉਹ ਆਪਾਂ ਨੂੰ ਇਦਾਂ ਲੱਗਣ ਲੱਗ ਪੈਂਦਾ ਬਾਬਾ ਜੀ ਪਹਿਲੋਂ ਮੈਂ ਠੀਕ ਸੀ, ਅੱਜ ਜਿੱਦਣ ਦਾ ਨਿਤਨੇਮ ਕਰਨ ਲੱਗ ਪਿਆ ਮੈਂ ਤੇ ਜ਼ਿਆਦਾ ਦੁਖੀ ਹੋ ਗਿਆ। ਬਹੁਤੇ ਇਹੋ ਗੱਲ ਕਹਿੰਦੇ ਬਾਬਾ ਜੀ ਪਹਿਲਾਂ ਸਹੀ ਸੀ, ਖਾ ਪੀ ਕੇ ਸੌਂਦਾ, ਜਿੱਦਣ ਦਾ ਤੁਸੀਂ ਕਿਹਾ ਰਾਤ ਨੂੰ ਅੱਧਾ ਘੰਟਾ ਨਾਮ ਜਪੋ, ਜਿੰਨਾ ਨਾਮ ਜਪਦੇ ਰਾਤ ਨੂੰ ਸੁਪਨੇ ਬੜੇ ਭੈੜੇ ਆਉਂਦੇ। ਮੈਂ ਕਿਹਾ ਮੈਲ ਲੈਣੀ ਸ਼ੁਰੂ ਹੋ ਗਈ ਆ। ਜਦੋਂ ਕੱਪੜੇ 'ਚ ਮੈਲ ਜੰਮੀ ਹੋਵੇ ਤੇ ਉਹਨੂੰ ਜਿੱਥੇ ਮਰਜ਼ੀ ਲਈ ਫਿਰੋ, ਉਹ ਤੁਹਾਡੀ ਚਮਕੂਗੀ ਤੇ ਲੋਕ ਆਖਣਗੇ ਵੇਖ ਕਿੱਦਾਂ ਗੰਦਗੀ ਪਾਈ। ਇਸੇ ਤਰ੍ਹਾਂ ਸਾਡੇ ਅੰਦਰ ਗੰਦਗੀ ਹੈ ਜਿਹੜੀ ਦੀਦੀ ਨਹੀਂ ਕਿਸੇ ਨੂੰ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿਨੀ ਜਨਮ ਜੂਏ ਹਾਰਿਆ। ਗੁਰੂ ਅਮਰਦਾਸ ਬਾਪੂ ਕਹਿੰਦੇ ਜਿੱਦਾਂ ਜਵਾਰੀ ਜੂਆ ਹਾਰ ਜਾਂਦਾ, ਏਦਾਂ ਜਦੋਂ ਤੇਰੀ ਮੌਤ ਆਈ ਤੂੰ ਹਾਰ ਕੇ ਜਾਣਾ ਹੀ ਦੁਨੀਆ ਤੋਂ। ਤਿਨੀ ਜਨਮ ਜੂਐ ਹਾਰਿਆ, ਤਿਸਨਾ ਵੱਡਾ ਰੋਗ ਲਗਾ ਮਰਨ ਮਨੋ ਵਿਸਾਰਿਆ। ਕਹਿੰਦੇ ਨਾਮ ਛੱਡ ਦਿੱਤਾ, ਤ੍ਰਿਸ਼ਨਾ 'ਚ ਪੈ ਗਿਆ, ਵੱਡਾ ਰੋਗ ਲੱਗ ਗਿਆ ਇਹਨੂੰ, ਬਹੁਤ ਵੱਡਾ, ਜਿਹਦਾ ਕੋਈ ਇਲਾਜ ਨਹੀਂ ਦੁਨੀਆ ਤੇ, ਕੋਈ ਡਾਕਟਰ ਨਹੀਂ ਹੈਗਾ। ਤ੍ਰਿਸ਼ਨਾ ਜਿਹੜੀ ਨਾ, ਇਹਦਾ ਇਲਾਜ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਕੋਲ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਵੇਦਾਂ ਮੈਂ ਨਾਮ ਉੱਤਮ ਸੋ ਸੁਣ ਹੈ ਨਾਹੀ। ਕਹਿੰਦੇ ਨਾਮ ਨੂੰ ਉੱਤਮ ਕਿਹਾ ਤੇ 5 ਮਿੰਟ ਤੇ ਬਹਿੰਦਾ ਨਹੀਂ ਕਿਤੇ ਗੁਰੂ ਕੋਲੇ, ਤੇ ਇਹ ਸੁਣਦਾ ਤੇ ਹੈ ਨਹੀਂ ਆ। ਫੇਰ ਪੜੋ ਜੀ, ਵੇਦਾਂ ਮੈਂ ਨਾਮ ਉੱਤਮ। ਤੁਸੀਂ ਵੀ ਸਾਰੇ ਬੋਲੋ, ਵੇਦਾਂ ਮੈਂ ਨਾਮ ਉੱਤਮ। ਅੱਗੇ ਸੋ ਸੁਣ ਹੈ ਨਾਹੀ। ਕਹਿੰਦੇ ਸੁਣਦਾ ਕੌਣ? ਹਾਂ ਗੁਰੂ ਗ੍ਰੰਥ ਸਾਹਿਬ ਤੋਂ ਤਾਂ ਇਦਾਂ ਭੱਜੀ ਦਾ ਆਪਾਂ ਜਿਵੇਂ ਕਾਲੀ ਪੈਂਦੀ ਆ। ਘਰੇ ਖੰਡ ਪਾਠ ਚੱਲਦਾ ਨਾ, ਪਾਠੀ ਸਿੰਘ ਕਿੰਨਾ ਵਧੀਆ ਲੱਗਾ ਹੋਏ, ਮੱਥਾ ਟੇਕ ਕੇ ਤੇ ਬਾਪੂ ਨੂੰ ਭਾਇਆ ਹੁੰਦਾ ਲਾਗੇ ਧੂਫਾਂ ਦੇ, ਉਹ ਤੇਰੇ ਜੀ ਧੂਫ ਲਾਓ ਤੇ ਨਾਲੇ ਕਹੋ ਬਾਬਾ ਜੀ ਥੋੜਾ ਜਿਹਾ ਉੱਚੀ ਪਾਠ ਕਰੋ। ਮੈਂ ਕਿਹਾ ਮੇਰੇ ਤੋਂ ਇਹ ਉੱਚੀ ਨਹੀਂ ਹੋਣਾ, ਤੇਰੇ ਕੰਨ ਬੋਲੇ ਹੋ ਗਏ। ਉਹ ਭਾਇਆ ਹੀ ਤਾਂ ਹੁੰਦਾ, ਉਹਨੂੰ ਸੁਣਦਾ ਕੁਝ ਨਹੀਂ। ਜਿਨ੍ਹਾਂ ਨੂੰ ਸੁਣਦਾ ਉਹ ਤੇ ਕੁਰਸੀਆਂ ਤੇ ਚਲੇ ਗਏ, ਉਹਨਾਂ ਦੇ 2 ਮਿੰਟ ਨਹੀਂ ਕੱਢੇ। ਮਹਾਰਾਜ ਦੇ ਖੁਦ ਮੱਥਾ ਸਿਰ ਅੱਧਾ ਥੱਲੇ ਲੱਗਾ, ਅੱਧਾ ਲਾਇਆ ਨਹੀਂ, ਚੱਲ ਬਾਹਰ। ਕੁਰਸੀਆਂ ਤੇ ਬਹਿ ਕੇ ਚਾਹ ਫੜ ਲਈ, ਕੌਫੀ ਤੇ ਮੋਬਾਈਲ ਕੱਢ ਲਿਆ, ਉਹ ਐਂ ਜੇ ਕਰੀ ਜਾਂਦੇ, ਪਤਾ ਨਹੀਂ ਕੀ ਲੱਭਣਾ। ਕੌੜੀ ਸਚਾਈ ਅੱਜ ਦੀ। ਤੋ ਮਹਾਰਾਜ ਫੇਰ ਪੜੋ ਜੀ, ਵੇਦਾਂ ਮੈਂ ਨਾਮ ਉੱਤਮ ਸੋ ਸੁਣ ਹੈ ਨਾਹੀ। ਮੈਂ ਕਿਹਾ ਗੁਰੂ ਨੂੰ ਨਾਲ ਲਈਏ, ਮੈਂ ਇਕੱਲਾ ਕਿਹਾ ਕਿਤੇ ਲਾੜੀ ਨਾ ਪਿਓ। ਕੋਈ ਪਤਾ ਹੁੰਦਾ ਕਿਸੇ ਦਾ ਉੱਠ ਕੇ ਕਹਦੇ ਜਾ ਬਾਬਾ ਸਾਡੀ ਮਰਜ਼ੀ, ਬਈਏ ਨਾ ਬਈਏ, ਤੂੰ ਧੱਕੇ ਨਾ ਬਿਠਾਉਣਾ। ਫੇਰ ਪੜੋ ਜੀ, ਵੇਦਾਂ ਮੈਂ ਨਾਮ ਉੱਤਮ ਸੋ ਸੁਣ ਹੈ ਨਾਹੀ। ਗੁਰੂ ਅਮਰਦਾਸ ਕਹਿੰਦੇ ਨਹੀਂ ਸੁਣਦਾ ਕੋਈ, ਜਿੰਨੇ ਮਰਜ਼ੀ ਤੂੰ ਤੇ ਲਾ ਲਾ, ਸਪੀਕਰ ਵੱਡੇ ਲਾ ਲਾ, ਇਹਨਾਂ ਨਹੀਂ ਸੁਣਨਾ। ਫਿਰੈ ਜਿਉਂ ਬੇਤਾਲੇ ਬੇਤਾਲਿਆ। ਕਹਿੰਦੇ ਜਿੱਦਾਂ ਬੇਤਾਲ ਹੁੰਦਾ ਨਾ, ਹੁਣ ਇੱਕ ਪੁਰਾਣਾ ਸਮਾਂ ਸੀ, ਵੈੜਕਾ ਹੁੰਦਾ ਸੀ, ਜਿਹਨੂੰ ਨਵਾਂ ਹਲੇ ਕੱਢਣਾ ਤੇ ਉਹਨੇ ਲੀਹ ਪਾੜਨੀ। ਲੀਹ 'ਚ ਨਹੀਂ ਤੁਰਨਾ, ਉਹਨੇ ਕੀ ਕਰਨਾ ਵੀ ਜਿੱਥੇ ਟਾਇਰ ਤੁਰਦਾ ਉਹਦੇ 'ਚ ਆਪ ਤੁਰਨਾ, ਤੇ ਉਹ ਜਿਹੜਾ ਗੱਡਾ ਉਹ ਫਿਰ ਲੀਹ ਪੱਟਣੀ, ਉਹਦੀ ਜਾਨ ਨਿਕਲਣੀ।
ਕਿਉਂਕਿ ਲੀਚ ਗੱਡੀ ਤੁਰੀ ਜਾਵੇ ਸਿੱਧੀ, ਹੁਣ ਉਹਨੇ ਆਪ ਲੀਚ ਹੋਣਾ, ਉਹ ਨਾਲ ਜਾਣਾ ਦਾਦੇ ਦੇ ਨਾ ਪੱਠਿਆਂ ਨੂੰ, ਉਹਨੇ ਕਹਿਣਾ ਵੇਖ ਇਹਦੀ ਜਾਨ ਨਿਕਲਦੀ, ਲੀਹ ਪਾੜਦਾ ਹੀ। ਜਿਨ੍ਹਾਂ ਨੇ ਇਹ ਦਿਨ ਮਾਣੇ ਆ ਹੁਣ ਤੇ ਨਹੀਂ ਮਾਣੇ ਜਾਣੇ। ਹੁਣ ਤੇ 2.5 ਸਾਲ ਦਾ ਸਕੂਲੇ ਤੇ ਸਕੂਲੋਂ ਟਿਊਸ਼ਨ ਤੇ ਸਕੂਲੇ ਟਿਊਸ਼ਨ, ਤੇ ਫਿਰ ਉਹ ਉੱਥੇ ਬਾਹਰ ਚੱਲ ਜਾਣਾ ਬੈਂਡ ਲੈ ਕੇ, ਏਡੀ ਮੋਟੀ ਅਣਕ ਲੱਗੀ ਆ, ਉੱਥੇ 18 ਘੰਟੇ ਖੋਤਿਆਂ ਨੂੰ ਖਾਓ ਕੇ, ਤੇ ਉਹਨੇ ਕਿ ਚਿਰ ਨੂੰ ਆਨੰਦ ਜਿਹਾ ਆਉਣ ਲੱਗਦਾ, ਕਰਜ਼ਾ ਕੁਰਜ਼ਾ ਲਾ ਕੇ ਉਹਨੇ ਚਿਰ ਨੂੰ ਟਾਈਮ ਹੋ ਜਾਣਾ ਵਾਹਿਗੁਰੂ। ਹੁਣ 60 ਕੁ ਸਾਲ ਉਮਰ ਆ, ਤੇ ਉਦੋਂ ਕਹਿਣਾ ਵੀ ਲੀਹ ਪਾੜਦਾ ਏ। ਉਹ ਲੀਹ ਪਾੜਨ ਦਾ ਅਰਥ ਸੀ ਵੀ ਜਿੱਥੇ ਗੱਡੇ ਦਾ ਟਾਇਰ ਉੱਥੇ ਉਹਨੇ ਆਪ ਤੁਰਨ ਲੱਗ ਪੈਣਾ। ਜਿਹੜੇ ਪੁਰਾਣੇ ਸੀ ਉਹਨਾਂ ਵਿੱਚ ਚਿੱਕੜ ਦੇ ਤੁਰਨਾ, ਟਾਇਰ ਲੀਹ 'ਚ ਤੁਰਨੇ ਸੌਖੇ ਸੀ। ਅੱਜ ਵੀ ਮਹਾਰਾਜ ਕਹਿੰਦੇ ਫਿਰੇ ਜਿਉਂ ਬੇਤਾਲਾ ਹੋ ਗਿਆ ਵਾ, ਤਾਲ ਛੱਡਤਾ, ਆਪਣਾ ਰਸਤਾ ਛੱਡਤਾ ਵਾ, ਹੁਣ ਜਾਣ ਤੇ ਨਿਕਲਣੀ ਆ। ਫਿਰ ਜਦੋਂ ਆਪਾਂ ਲੀਹ ਛੱਡਾਂਗੇ, ਹੁਣ ਆਪਾਂ ਨਿਤਨੇਮ ਛੱਡਤਾ, ਅੰਮ੍ਰਿਤ ਵੇਲਾ ਛੱਡਤਾ, ਸੰਗਤ ਛੱਡਤੀ, ਦਸਵੰਧ ਕੱਢਣਾ ਛੱਡਤਾ, ਤੇ ਹੁਣ ਜ਼ੋਰ ਕਿੱਥੇ ਲੱਗਣ ਦਿਆ? ਹਸਪਤਾਲ 'ਚ। ਘਰ 'ਚ ਕਲੇ ਰਹਿੰਦੀ 24 ਘੰਟੇ, ਦਵਾਈਆਂ ਮਹਿੰਗੀਆਂ ਲੱਗ ਗਈਆਂ ਵਾ, ਰੋਜ਼ ਖਾਈ ਜਾਂਦਾ। ਮਹਾਰਾਜ ਨੇ ਆਖਿਆ ਲੀਹ 'ਚ ਤੁਰੇਗਾ ਤੇ ਸੌਖਾ ਜਾਵੇਗਾ, ਨਹੀਂ ਤੇ ਜਾਨ ਤਾਂ ਨਿਕਲੂਗੀ। ਤਾਂ ਕਰਕੇ ਆਪਾਂ ਦੁਖੀ ਹੋ ਗਏ ਆ, ਡੰਨ ਭਰਦੇ ਆ ਪਰ ਦਾਨ ਨਹੀਂ ਕਰਦੇ। ਜਦੋਂ ਗੁਰੂ ਕੋਲ ਆਈਦਾ ਉਦੋਂ ਲੱਭਦੇ ਫਿਰੀਦਾ ਸਾਰੇ ਜਾਣਿਆਂ ਤੋਂ, ਟੁੱਟਾ ਰੁਪਈਆ ਦੇ ਦੇ, ਟੁੱਟਾ ਰੁਪਈਆ ਦੇ ਦੇ। ਜਦੋਂ ਡਾਕਟਰ ਕੋਲ ਐਂਟਰੀ ਹੁੰਦੀ, ਕਹਿੰਦੇ ਪਹਿਲਾਂ ਸਲਿੱਪ ਲਿਆਓ ਸਰ। ਮੈਂ ਕਿਹਾ ਦਵਾਈ ਦਿਓ, ਸਲਿੱਪ ਸਿਰ 'ਚ ਮਾਰਨੀ। ਕਹਿੰਦੇ ਨਾ ਨਾ ਨਾ, ਸਲਿੱਪ ਤੋਂ ਬਿਨਾਂ ਡਾਕਟਰ ਨਹੀਂ ਮਿਲਣਾ, ਤੇ ਡਾਕਟਰ ਤੋਂ ਬਿਨਾਂ ਦਵਾਈ ਨਹੀਂ। ਤੇ ਉਹ ਸਲਿੱਪ ਕਟਾਈ ਤੇ 500 ਰੁਪਏ ਦੀ ਪ੍ਰਾਈਵੇਟ। ਤੇ ਮੈਂ ਸੋਚਿਆ ਪਹਿਲੀ ਵਾਰ ਦੀ ਗੱਲ ਜਦੋਂ ਮੇਰੇ ਨਾਲ ਇੱਦਾਂ, ਮੈਂ ਕਿਹਾ ਵੀ ਇਹ 500 'ਚ ਜਿੰਨੀ ਮਰਜ਼ੀ ਦਵਾਈ ਹੋਣੀ ਹੈ, ਵੀ ਇੰਨੇ 'ਚ ਜਿੰਨੀ ਮਰਜ਼ੀ ਲੈ ਲਓ। ਉਹ ਫਿਰ ਇੱਕ ਗੰਜਾ ਜਿਹਾ ਅੰਦਰ ਬੈਠਾ ਸੀ, ਉਹਨੇ ਫਿਰ ਉਹ ਸਲਿੱਪ ਫੜੀ ਤੇ ਜਿਉਂ ਲੱਗਾ ਲਿਖਣ ਉੱਤੇ, ਜਿਉਂ ਲੱਗਾ ਲਿਖਣ ਸਾਰੀ ਭਰ ਕੇ ਮੈਨੂੰ ਕਹਿੰਦੇ ਇਹ ਲੈ ਲਓ ਤੇ ਬਾਹਰ ਮੈਡੀਕਲ ਤੋਂ ਲੈ ਲਓ। ਤੇ ਜਦੋਂ ਮੈਡੀਕਲ ਵਾਲੇ ਨੂੰ ਫੜਾਈ ਤੇ ਉਹਨੇ ਇੰਨੀਆਂ ਦਵਾਈਆਂ, ਤੇ ਦਵਾਈ ਲੈ ਕੇ ਤੁਰ ਲੱਗੇ, ਕਹਿੰਦੇ ਸਰ ਬਿੱਲ। ਮੈਂ ਕਿਹਾ ਦੇਤਾ ਵਾ, ਆ ਸਲਿੱਪ ਕਟਾਈ 500 ਰੁਪਇਆ ਦਿੱਤਾ। ਕਹਿੰਦੇ ਭਾਈ ਸਾਹਿਬ ਇਹ ਤੇ ਡਾਕਟਰ ਦੀ ਫੀਸ ਆ, ਸਾਡੇ ਵਾਲੀ ਕਿਧਰ ਜਾਣੀ ਆ 1575 ਰੁਪਏ, ਇੱਧਰ ਲਿਆਓ ਪਹਿਲਾਂ। ਇੱਥੇ ਭੀੜ ਜੀ ਹੋਈ, ਆਖੋ ਸਤਨਾਮ। 2000 ਰੁਪਈਆ 25 ਮਿੰਟਾਂ 'ਚ ਲਾਤਾ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਕੋ ਆਉਣਾ, ਉਦੋਂ ਮੈਂ ਗਰੀਬ ਆ, ਉਦੋਂ ਮੈਂ ਤਰਲੇ ਲਈ ਜਾਣੇ ਵੀ ਮੇਰੇ ਕੋਲ ਮੱਥਾ ਟੇਕਣ ਨੂੰ ਕੁਛ ਨਹੀਂ ਹੈਗਾ। ਸੋ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੇ, ਮੇਰੀ ਕੌਮ ਜਾਗ ਕੇ ਕਿਤੇ ਸਾਡੇ ਅੰਦਰ ਪਿਆਰ ਬਣ ਜੇ। ਮੈਂ ਕਈ ਬੰਦੇ ਵੇਖੇ ਬੈਂਕ ਵਿੱਚ, ਬਾਪੂ ਬੁੱਢੇ ਕਹਿੰਦੇ ਕਾਕਾ ਚਿੱਟੇ ਚਿੱਟੇ ਨੋਟ ਦੇ, ਪੋਤਾ ਅਮਰੀਕਾ ਤੋਂ ਆਇਆ, ਵਿਆਹ ਵਾ ਵਧੀਆ ਵਧੀਆ ਨਹੀਂ ਸਾਹਿਬ। ਤੇ ਉਹੋ ਹੀ ਬਾਪੂ ਜੀ ਤੋਂ ਗੁਰਦੁਆਰੇ ਆਊ, ਉਹ ਜਿਹੜੇ ਕਿਤੇ ਨਹੀਂ ਚੱਲਦੇ, ਕਹਿੰਦਾ ਕਾਕਾ ਮੈਨੂੰ ਦੇ ਦੇ। ਕਹਿੰਦੇ ਬਾਪੂ ਇਹ ਨਹੀਂ ਚੱਲਣੇ, ਮੋੜ ਤੇ ਸਾਰਿਆਂ ਨੇ। ਕਹਿੰਦਾ ਚੱਲਣੇ ਕਿਉਂ ਨਹੀਂ? ਮੈਂ ਬੌਲੀ ਸਾਹਿਬ ਚੱਲਿਆ, ਉੱਥੇ ਮੱਥਾ ਟੇਕ ਦੇਣਾ ਆਪਕੋ ਸਾਹਿਬ। ਇੱਥੋਂ ਪਤਾ ਲੱਗਦਾ ਵੀ ਗੁਰੂ ਦੀ ਅਹਿਮੀਅਤ ਸਿੱਖਾਂ ਦੀਆਂ ਨਜ਼ਰਾਂ 'ਚ ਕੀ ਹੈ। ਧੰਨ ਮਹਾਰਾਜ, ਜੇ ਗਲਤ ਹੋਏ ਤੇ ਮਾਫ ਕਰਿਓ ਜੀ। ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਮਨਮੁਖ ਨਾਮ ਨ ਜਾਣਦੀ, ਮਿਲ ਨਾਵੇ ਪਤ ਸਮਾਏ। ਕਹਿੰਦੇ ਜਿਹੜਾ ਮਨਮੁਖ ਬਿਰਤੀ ਦਾ ਬੰਦਾ, ਉਹਨੂੰ ਨਾਮ ਦੀ ਕਦਰ ਨਹੀਂ ਹੈਗੀ, ਉਹ ਨਹੀਂ ਜਾਣ ਸਕਦਾ। ਉਹਦੇ ਸਾਹਮਣੇ ਭਾਵੇਂ ਵੇਦਾਂ ਦੀ ਕਥਾ ਕਰਦੇ ਹੋ, ਸਾਰਾ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦੇ ਹੋ, ਜਿੰਨਾ ਮਰਜ਼ੀ ਸਾਖੀਆਂ ਦੇ ਕੇ ਸਮਝਾ ਲਓ, ਉਹਨੂੰ ਨਹੀਂ ਸਮਝਦਾ। ਵਿਣ ਨਾ ਆਵੇ ਪਤ ਜਾਏ। ਉਹਨੇ ਕਹਿੰਦੇ ਇੱਜ਼ਤ ਗਵਾ ਕੇ ਦੁਨੀਆ ਤੋਂ ਜਾਣਾ। ਗਵਾਈ ਹੁੰਦੀ ਆ ਕਿ 70-80 ਸਾਲ ਇੰਨੀ ਕਮਾਈ ਕੀਤੀ, ਜਾਣ ਲੱਗੇ ਤੇ ਅਗਲਿਆਂ ਨੇ ਬਟੂਆ ਵੀ ਕੱਢ ਲਿਆ। ਪਿਆਰਿਓ ਤੁਸੀਂ ਸੱਚ, ਜੇ ਬੰਦਾ ਮਤਲਬ ਜਿਉਂਦੇ ਜੀ ਚੱਲਿਆ ਵੇ ਤੇ ਕੋਈ ਉਹਦਾ ਬਟੂਆ ਕੱਢ ਲੇ, ਗੱਡੀ ਦੀ ਚਾਬੀ ਵੀ ਖੋਲੇ, ਉਹਦੀਆਂ ਛਾਪਾਂ ਵੀ ਲਾ ਲੇ, ਤੇ ਬੰਦਾ ਰੋ ਨਹੀਂ ਪੈਂਦਾ ਵੀ ਮੇਰਾ ਤੁਸੀਂ ਖੋਲਿਆ। ਪਰ ਮਹਾਰਾਜ ਕਹਿੰਦੇ ਬਿਨ ਨਾਵੇ ਪਤ ਗਵਾਏ। ਬੇਪਤੀ ਹੋ ਕੇ ਜਾਣਾ। ਆਪਾਂ ਪੁੱਛੋ ਕਿਸ ਤਰ੍ਹਾਂ ਬੇਪਤ ਹੋਣਾ? ਮੰਨ ਲਓ ਆਪਣੀ ਡੈਥ ਹੋਣੀ ਹੈ, ਸਭ ਤੋਂ ਪਹਿਲੀ ਬੇਪਤੀ ਉਹਨਾਂ ਕਰਨੀ ਆ ਵੀ ਜਦੋਂ ਤੇਰੇ ਗਲ 'ਚੋਂ ਚੈਨੀ ਲਾਈ, ਛਾਪਾਂ ਖੋਲੀਆਂ, ਘੜੀ ਖੋਲੀ, ਬਟੂਆ ਕੱਢਣਾ, ਫਿਰ ਇਦੋਂ ਇੱਥੇ ਵੀ ਗੁਜ਼ਾਰਾ ਨਹੀਂ ਹੋਣਾ। ਫਿਰ ਆ ਜਿਹੜਾ ਤੇਰਾ ਕੁੜਤਾ ਪਜਾਮਾ, ਇਹਨੂੰ ਪਾੜਨਾ ਹੈ। ਪਹਿਲਾਂ ਛੋਟੇ ਹੁੰਦੇ ਸੀ ਨਾ, ਹੁਣ ਚਲੋ ਵਿਚਰੀ ਦਾ ਅਰਦਾਸ ਕਰਨ ਜਾਈਦਾ, ਲਾਗੇ ਹੋ ਕੇ ਵੇਖੀਦਾ ਮੁਰਦੇ ਨੂੰ ਨਵਾਉਂਦੇ ਆ। ਤੇ ਉਹ ਫਿਰ ਮੈਂ ਕਿਹਾ ਵੀ ਇੱਕ ਉਹਨਾਂ ਨੂੰ ਮੈਂ ਕਿਹਾ ਵੀ ਇਹ ਇੱਦਾਂ ਕਿਉਂ ਨਹੀਂ ਕੱਪੜੇ ਲਾਉਂਦੇ? ਵੀ ਸਾਬਤ ਹੀ ਕਹਿੰਦੇ ਨਹੀਂ ਭਾਈ ਸਾਹਿਬ, ਇਹ ਰਿਵਾਜ ਹੁੰਦਾ ਵਾ ਵੀ ਜਦੋਂ ਕੋਈ ਮਰਦਾ ਉਹਦੇ ਕੱਪੜੇ ਪਾੜ ਕੇ ਲਾਏ ਜਾਂਦੇ। ਤੇ ਮਹਾਰਾਜ ਸਾਹਿਬ ਇੱਥੇ ਹੁਣ ਆਪਾਂ ਖੜੋਤੀ ਹੋਏ, ਕੋਈ ਆਪਣੇ ਕੱਪੜੇ ਪਾੜ ਦੇ ਤੇ ਆਪਣੇ ਪੱਲੇ
ਕੁਛ ਨਹੀਂ ਨਾ। ਤੇ ਮਹਾਰਾਜ ਕਹਿੰਦੇ ਤੇਰੀ ਬੇਪਤੀ ਹੋਣੀ, ਤੈਨੂੰ ਸਾਰੇ ਨੂੰ ਲੁੱਟ ਕੇ ਫਿਰ ਤੇਰੇ ਉਹਨਾਂ ਕੱਪੜੇ ਲੀਰਾਂ ਕਰਕੇ ਤੇ ਫਿਰ ਨਵਾ ਕੇ ਤੇ ਇੱਕ ਕੱਪੜਾ ਪਾਉਣਾ ਜਿਹਨੂੰ ਜੇਬਾਂ ਨਹੀਂ ਹੈਗੀਆਂ, ਫਿਰ ਤੈਨੂੰ ਤੋਰਨਾ ਹੀ, ਤੇ ਗਾੜਲੇ ਪਾਸੇ ਵੀ ਤੈਨੂੰ ਕੋਈ ਨਜ਼ਰ ਨਹੀਂ ਆਉਣਾ। ਜਹ ਮਾਤ ਪਿਤਾ ਸੁਤ ਮੀਤ ਨ ਪਾਈ, ਉੱਥੇ ਕੋਈ ਨਹੀਂ ਦਿਸਣਾ। ਜਹ ਮਾਤ ਪਿਤਾ ਸੁਤ ਮੀਤ ਨ ਪਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਬਾਣੀ ਕਹਿੰਦੀ ਜਿਹ ਮਾਰ ਗੇ ਹੋ ਜਾਤ ਅਕੇਲਾ, ਕੱਲਾ ਜਾਵੇਗਾ ਪੁੱਤਰਾ, ਤੈ ਹਰ ਨਾਮ ਸੰਗ ਹੋਤ ਸੰਜੀਲ। ਐਸਾ ਨਾਮ ਮਨ ਸਦਾ ਧਿਆਈਐ, ਮਾਰੇ ਕਹਿੰਦੇ ਫਿਰ ਸਦਾ ਧਿਆਇਆ ਕਰਨਾ। ਜਿੰਨੇ ਤੇਰੇ ਨਾਲ ਜਾਣਾ ਉਹਨੂੰ ਤੂੰ ਬੁਲਾਉਂਦਾ ਨਹੀਂ, ਜਿਨ੍ਹਾਂ ਨੇ ਤੈਨੂੰ ਲੁੱਟਣਾ ਉਹਨਾਂ ਨੂੰ ਤੂੰ ਭੱਜ ਭੱਜ ਕੇ ਮਿਲਦਾ ਹੈ। ਤਿਨਕਾ ਜਨਮ ਸਫਲ ਹੈ, ਜੋ ਚੱਲੇ ਸਤਿਗੁਰ ਪਾਏ। ਕਹਿੰਦੀ ਉਹਨਾਂ ਦਾ ਜਨਮ ਸਫਲ ਹੋ ਗਿਆ। ਕਿਹਨਾਂ ਦਾ? ਜਿਹੜੇ ਅੱਠੇ ਪੈਰ ਪਰਮੇਸ਼ਰ ਤੋਂ ਡਰ ਕੇ ਰਹਿੰਦੇ ਆ, ਖਾਂਦੇ ਵੀ ਡਰ ਕੇ, ਸੌਂਦੇ ਵੀ ਡਰ ਕੇ, ਉੱਠਦੇ ਵੀ ਡਰ ਕੇ, ਤੇ ਜ਼ਿੰਦਗੀ 'ਚ ਵਿਚਰਦੇ ਵੀ ਡਰ ਕੇ, ਪਿਆਰ ਦੇ ਵਿੱਚ। ਕੁਲ ਉਧਾਰੇ ਆਪਣਾ, ਧਨ ਜਣੇ ਦੀ ਮਾਏ। ਮਹਾਰਾਜ ਕਹਿੰਦੇ, ਗੁਰੂ ਅਮਰਦਾਸ ਕਹਿੰਦੇ ਉਹਨਾਂ ਦੀ ਮਾਂ ਧਨ ਆ, ਉਹਨਾਂ ਦੀ ਬੀਬੀ ਧਨ ਆ ਜਿਹਨੇ ਉਹਨੂੰ ਜਨਮ ਦਿੱਤਾ। ਕੁਲ ਉਧਾਰੇ ਆਪਣਾ, ਉਹਨਾਂ ਕੁਲਾਂ ਉਧਾਰ ਦੇਣੀਆਂ ਜਿਹੜੇ ਕਮਾਈ ਵਾਲੇ ਆ। ਤੁਹਾਡਾ ਇੱਕ ਬੱਚਾ ਵਿਦੇਸ਼ ਚਲ ਜੇ ਨਾ, 20-25 ਸਾਲਾਂ ਦੇ ਵਿੱਚ ਉਹ ਕੋੜ ਕੱਢ ਦਿੰਦਾ ਘਰ ਦਾ। ਇੰਨਾ ਫਰਕ ਆ ਵਿਦੇਸ਼ ਦਾ। ਇੱਥੇ ਜਿਨ੍ਹਾਂ ਬੰਦਿਆਂ ਨੇ 50-60 ਸਾਲ ਹੋ ਗਏ, ਉਹ ਦਿਹਾੜੀ ਧੱਪਾ ਉੱਥੇ ਦੇ ਉੱਥੇ, ਉਨੇ ਹੀ ਕੋਠੇ ਤੋਂ, ਵਿਹੜਾ ਕੱਚਾ ਵਾ, ਖਰਚੇ ਜ਼ਿਆਦੇ ਆ। ਜਿਹੜਾ ਬੰਦਾ ਬਾਹਰ ਨੇ ਐਵੇਂ ਥੋੜਾ ਟਰਾਲਾ ਭਰਿਆ, 50 ਜਣੇ ਮਰ ਗਏ। ਮੈਂ ਕਿਸੇ ਨੂੰ ਆਖਿਆ, ਕਹਿੰਦਾ ਬਾਬਾ ਜੀ ਬਾਹਰ ਜਾਣਾ। ਮੈਂ ਕਿਹਾ ਜੀ ਕੱਲ ਖਬਰ ਆਈ 50 ਮਰ ਗਏ ਤੇ ਤੂੰ ਰੁਕ ਜਾ। ਪਤਾ ਕੋ ਕੀ ਆਖਿਆ ਨੇ? ਕਹਿੰਦੇ ਗਿਆਨੀ ਜੀ ਇਹੋ ਜਿਹੀ ਜ਼ਿੰਦਗੀ ਨਾਲੋਂ ਤੇ ਮਰਿਆ ਵੀ ਚੰਗਾ। ਹੁਣ ਇਹਦਾ ਕੀ ਜਵਾਬ ਦਿਓ? ਅਰਦਾਸ ਕਰਾਉਣ ਲੱਗੇ, ਕਹਿੰਦੇ ਬੱਚਾ ਭੇਜਣ ਲੱਗੇ 2 ਨੰਬਰ 'ਚ ਅਮਰੀਕਾ। ਮੈਂ ਕਿਹਾ ਵੀ ਬੀਜੀ ਅਜੇ ਕੱਲ ਦਿਹਾੜੀ ਤੇ ਉਹ ਟਰਾਲਾ ਭਰਿਆ ਮਰ ਗਿਆ, ਹਜੇ ਤੋਂ ਉਹਨਾਂ ਦੇ ਵਿਚਾਰਿਆਂ ਦੇ ਸੰਸਕਾਰ ਵੀ ਪਤਾ ਨਹੀਂ ਹੋਏ, ਤੇ ਤੁਸੀਂ ਹੁਣੇ ਬੱਚੇ ਨੂੰ ਕੱਲਾ ਮੁੰਡਾ ਹੁੰਦਾ 25 ਕਿੱਲੇ ਪੈਲੀ ਆ ਤੇ ਉਹਨੂੰ 2 ਨੰਬਰ 'ਚ ਘੱਲਣ ਲੱਗੇ। ਅਰਦਾਸ ਹੋਣ ਲੱਗੀ। ਮੈਂ ਕਿਹਾ ਰੁਕ ਜਾਓ। ਉਹ ਬੱਚਾ ਕੋ ਕਹਿੰਦਾ ਬਾਬਾ ਜੀ ਨਹੀਂ ਕਰੋ ਕਰੋ, ਮੈਂ ਜਾਣਾ ਹੀ ਆ। ਮੈਂ ਕਿਹਾ ਜੇ ਕੁਛ ਹੋ ਗਿਆ, ਕਹਿੰਦੇ ਪੰਜਾਬ 'ਚ ਰਹਿਣ ਨਾਲੋਂ ਤੇ ਹੋ ਜੇ ਤੇ ਚੰਗਾ। ਬਾਗੀ ਹੋ ਗਏ ਕਿ ਨਹੀਂ ਬੱਚੇ? ਕਹਿੰਦੇ ਇਹੋ ਜਿਹੀ ਜ਼ਿੰਦਗੀ ਨਾਲੋਂ ਤੇ ਮਰ ਜਾਣਾ ਚੰਗਾ, ਇਦੋਂ ਵੱਧ ਕੁਛ ਨਹੀਂ ਹੋ ਸਕਦਾ। ਮੈਂ ਕਿੰਨਾ ਕੁ ਸਤਿਨਾਮ ਵਾਹਿਗੁਰੂ। ਉਹਦਾ ਕਾਰਨ ਇਹੋ ਹੀ ਆ, ਕਿਉਂਕਿ ਹਰ ਬੰਦਾ ਸੁੱਖ ਸਹੂਲਤਾਂ ਚਾਹੁੰਦਾ, ਤੇ ਇਹ ਹੈ ਵੀ ਸੱਚਾਈ ਆ। ਇੱਥੇ 15 ਸਾਲ ਹੋ ਗਿਆ ਦਾਸ ਨੂੰ ਵੀ, ਉੱਥੇ ਹੀ ਆ ਪ੍ਰੋਗਰਾਮ, ਬਸ ਖਰਚਾ ਪਾਣੀ ਤੇ ਇਹੋ 15 ਇੰਗਲੈਂਡ 'ਚ ਲਾਏ ਹੁਣ, ਤੇ ਬਹਿ ਜਾ ਨਹੀਂ ਹੋ ਜਾਂਦੀ ਆਪਕੋ ਸਤਿਨਾਮ ਵਾਹਿਗੁਰੂ। ਸੱਚਾਈ ਹੈ ਨਾ। ਕਈ ਪਰਿਵਾਰ ਬਹੁਤ ਗਰੀਬ ਸੀ, ਉਹਨਾਂ ਦੇ ਇੱਕ ਬੱਚਾ ਨਿਕਲਿਆ, ਅੱਜ ਕੋਠੀ ਪਈ, 2 ਗੱਡੀਆਂ ਘਰੇ ਐ, ਸੋਹਣੇ ਥਾਂ ਵਿਆਹ ਵੀ ਹੋ ਗਿਆ। ਫਰਕ ਤੇ ਪੈਂਦਾ ਜੀ, ਇਹ 'ਚ ਕੋਈ ਸ਼ੱਕ ਨਹੀਂ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਇਸੇ ਕਰਕੇ ਕਹਿੰਦੇ ਹਨ ਕਿ ਭਾਈ ਜਿਸ ਤਰ੍ਹਾਂ ਇੱਕ ਬੱਚਾ ਕਮਾਈ ਕਰਕੇ ਟੱਬਰ ਦਾ ਕੋੜ ਕੱਢ ਦਿੰਦਾ। ਮੈਂ ਕੱਲ ਵੀ ਸ਼ਾਮੀ ਕਥਾ ਜ਼ਿਕਰ ਕੀਤਾ ਸੀ ਵੀ ਜਿੱਦਾਂ ਦਾ ਹੁਣ ਮਾਹੌਲ ਪੰਜਾਬ ਦਾ, ਇੱਕ ਜੀ ਬਾਹਰ ਚਾਹੀਦਾ, ਕਿਉਂਕਿ ਇੱਥੇ 10-12 ਹਜ਼ਾਰ ਨਾਲ ਤੇ ਦੁੱਧ ਤੇ ਬਿੱਲ ਹੀ ਨਹੀਂ ਪੂਰਾ ਹੋਣਾ। ਬਾਕੀ ਕਿੱਧਰ ਜਾਣਾ ਪ੍ਰੋਗਰਾਮ? ਜਿਹਦੇ ਘਰ ਮਾਈ ਬਾਪੂ ਆ, 2 ਭੈਣਾਂ ਵਿਆਹੁਣ ਵਾਲੀਆਂ ਵਾ, ਤੇ 10,000 ਨਾਲ ਸੌਦਾ ਲਿਆਊਗਾ ਕਿ ਸਕੂਲ ਦੀ ਫੀਸ ਦਊਗਾ ਕਿ ਦੁਨੀਆਦਾਰੀ 'ਚ ਵਰਤੂਗਾ? ਸੌਖਾ ਹੈ ਕਿਤੇ ਨਾ ਕਿਤੇ। ਐਵੇਂ ਨਹੀਂ ਕਿਸੇ ਦਾ ਜੀ ਕਰਦਾ ਧੱਕੇ ਖਾਣ ਨੂੰ, ਪਰ ਮਜਬੂਰੀ ਬਣਦੀ ਜਾ ਰਹੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੇਰਾ ਮਿੱਤਰ ਕੋਈ ਪਰਸੋਂ ਇੰਗਲੈਂਡ ਪਹੁੰਚਾ ਤੇ ਮੈਂ ਫੋਨ ਲਾਇਆ। ਮੈਂ ਕਿਹਾ ਕੀ ਹਾਲ? ਤੂੰ ਫੋਨ ਨਹੀਂ ਲਾਇਆ? ਕਹਿੰਦੇ ਭਾਜੀ ਕੰਮ ਹੀ ਇੰਨਾ ਸੀ ਵੀ ਰੋਟੀ ਖਾਧੀ ਨਹੀਂ ਗਈ ਮੇਰੇ ਤੋਂ। ਆਹ ਫਰਕ ਹੀ ਗੋਰਿਆਂ ਦਾ ਤੇ ਆਪਣਾ। ਇੱਥੇ ਉਹ ਬੱਚਾ 7-8 ਸਾਲ ਗਲੀਆਂ 'ਚ ਫਿਰਦਾ ਰਿਹਾ, ਕਦੇ ਚੌਂਕ 'ਚ ਬਹਿ ਜਾਣਾ, ਬਾਪੂ ਨੇ ਘਰੋਂ ਗਾਲਾਂ ਕੱਢਣੀਆਂ, ਸ਼ਹਿਰ ਚੱਲ ਜਾਣਾ, ਬੇਰ ਸਾਹਿਬ ਭਾਂਡੇ ਮਾਂਜਣੇ, ਰਿਸ਼ਤੇਦਾਰਾਂ ਵੀ ਕਹਿਣਾ ਤੂੰ ਕਰ ਲਾ ਕੁਝ। ਤੇ 3 ਦਿਨ ਹੋਏ ਗਏ ਨੂੰ, ਤੇ ਉਹਦੇ ਸ਼ਬਦ ਸੀ, ਕਹਿੰਦੇ ਅੱਜ ਮੈਂ ਰੋਟੀ ਨਹੀਂ ਖਾਧੀ, ਮੈਨੂੰ ਬਾਬਾ ਜੀ ਇੰਨਾ ਕੰਮ ਮਿਲਿਆ। ਮੈਂ ਕਹਿੰਦਾ ਚੰਗੇ ਆ ਫਿਰ ਵੀ ਉਹ ਗੋਰੇ। ਉਹਨਾਂ ਸਿਸਟਮ ਹੀ ਇੱਦਾਂ ਦਾ ਕੀਤਾ ਵੀ ਜਿਹੜਾ ਬੇਰੁਜ਼ਗਾਰ 7 ਸਾਲ ਤੋਂ ਸੀ, ਤੀਜੇ ਦਿਨ ਹੀ ਉਹਨੂੰ ਇੰਨਾ ਕੰਮ ਮਿਲ ਗਿਆ, ਰੋਟੀ ਖਾਣ ਦੀ ਵੇਲ। ਜੇ ਸਾਡੇ ਵੀ ਹੋਵੇ ਤੇ ਆਪੇ ਨਾ ਵਿਹਲੇ ਰਹਿਣ, ਨਸ਼ੇ ਪ੍ਰਤੀ। ਜਦੋਂ ਬੰਦਾ 24 ਘੰਟੇ ਵਿਹਲਾ, ਉਹਨੇ ਫਿਰ ਪੁੱਠਾ ਕੰਮ ਤੇ ਕੋਈ ਕਰਨਾ ਹੀ ਹੈ, ਜਾਂ ਟੀਕਾ ਲਾਊਗਾ, ਜਾਂ ਨਸ਼ੇ 'ਚ ਲੱਗੂਗਾ, ਤੇ ਜਾਂ ਚੋਰੀ ਕਰੂਗਾ। ਫਿਰ ਵਿਹਲਿਆਂ ਕੀ ਕਰਨਾ?
ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ। ਕਹਿੰਦੇ ਜਿਸ ਤਰ੍ਹਾਂ ਇੱਕ ਬੱਚਾ ਕਮਾਈ ਕਰਕੇ ਘਰ ਦਾ ਕੋੜ ਕੱਢਦਾ, ਜਿਹੜਾ ਬੰਦਾ ਭਗਤੀ ਕਰ ਲੈਂਦਾ ਉਹ ਵੀ ਫਿਰ ਕਹਿੰਦੇ ਕੁੱਲ ਉਧਾਰੇ ਆਪਣਾ। ਧਨ ਜਣੇਂਦੀ ਮਾਏ, ਉਹਦੀ ਮਾਂ ਧਨ ਹੈ ਜਿਸ ਬੱਚੇ ਨੇ ਬੰਦਗੀ ਕਰਕੇ ਆਪਣੀਆਂ ਕੁਲਾਂ ਧਾਰ ਦਿੱਤੀਆਂ। ਹਰ ਹਰ ਨਾਮ ਧਿਆਈਏ, ਜਿਸ ਨੂੰ ਕਿਰਪਾ ਕਰੇ ਰਜਾਏ। ਕਹਿੰਦੇ ਹਰੀ ਦਾ ਨਾਮ ਧਿਆਇਆ ਕਰ, ਜਿਸ ਨੂੰ ਕਿਰਪਾ, ਉਹ ਤੇਰੇ ਕਿਰਪਾ ਦਇਆ ਉਹਦੀ ਰਜਾ ਦੇ ਵਿੱਚ ਰਹਿ, ਅਰਦਾਸ ਕਰਿਆ ਕਰ। ਕੋਈ ਨਹੀਂ, ਹੌਲੀ ਹੌਲੀ ਮਹਾਰਾਜ ਤੇਰੇ ਜ਼ਰੂਰ ਬਾਂਹ ਫੜੇਗਾ। ਇਹਨੇ ਫੜਨੀ ਆ ਸਾਧ ਸੰਗਤ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਕੋਈ ਨਹੀਂ ਪੁੱਛਦਾ। ਭੁੱਖ ਲੱਗਦੀ ਆ ਤੇ ਲੰਗਰ 'ਚ ਆ ਜਾ, ਪਿਆਸ ਲੱਗਦੀ ਤੇ ਜਲ ਛਕ ਲਾ। ਜੇ ਆਤਮਾ ਨੂੰ ਪਿਆਸ ਲੱਗੀ ਤੇ ਕੀਰਤਨ ਕਥਾ ਸੁਣ ਲਾ, ਤੇਰੇ ਗੁਰੂ ਦਾ ਘਰ ਬੜਾ ਹੀ ਬੇਅੰਤ ਹੈ। ਮੈਂ ਤਾਂ ਕਹਿੰਦਾ ਪੰਜਾਬ ਤੋਂ ਬਾਹਰ ਹੋ ਕੇ ਵੇਖਿਓ, 400 ਰੁਪਏ ਦੀ ਪਾਣੀ ਦੀ ਬੋਤਲ ਹੀ ਮਿਲਦੀ ਆ। ਸ਼ੁਕਰ ਕਰੀਏ ਨਾ ਆਪਣੇ ਬਾਬਿਆਂ ਨੇ, ਆਪਣੇ ਗੁਰੂਆਂ ਪੀਰਾਂ ਨੇ ਇਸ ਧਰਤੀ ਨੂੰ ਕਿੰਨਾ ਰੰਗਿਆ। ਜੋ ਮਰਜ਼ੀ ਹੋਵੇ, ਇੱਥੇ ਰੋਟੀ ਤੋਂ ਭੁੱਖਾ ਨਹੀਂ ਕੋਈ ਰਹਿ ਸਕਦਾ। ਆਖੋ ਸਤਿਨਾਮ ਵਾਹਿਗੁਰੂ। ਤੇ ਜੇ ਕਿਤੇ ਗੁਰੂ ਸਾਹਿਬ ਚਪੇੜ ਨਾ ਖਾਂਦੇ ਤੇ ਜਿੱਦਾਂ ਦਾ ਅੱਜ ਹਾਲਾਤ ਪੰਜਾਬ ਦਾ, ਬਹੁਤਿਆਂ ਨੇ ਭੁੱਖੇ ਹੀ ਮਰ ਜਾਣਾ ਸੀ। ਜਿਹੜਾ ਵਿਚਾਰੇ ਕੋ ਕੰਮ ਨਹੀਂ ਕੋਈ ਹੈਗਾ ਤੇ ਮਹਿੰਗਾਈ ਕਿੰਨੀ, ਰੋਟੀ 100-200 ਦੀ ਤਾਂ ਰੋਟੀ ਆ। ਜੇ ਆ ਬਾਬੇ ਨਾਨਕ ਦੇ ਘਰ ਨਾ ਬਣੇ ਹੁੰਦੇ ਤੇ ਗਰੀਬ ਕਿੱਧਰ ਜਾਂਦਾ। ਇਹ ਤਾਂ ਬਾਬੇ ਨੇ ਇੱਥੇ ਥੱਪੜ ਖਾਦਾ ਸੀ ਤੇ ਬੇਬੇ ਨੇ ਆਖਿਆ ਸੀ, ਵੀਰਾ ਤੈਨੂੰ ਦਰਦ ਨਹੀਂ ਹੁੰਦਾ? ਗੁਰੂ ਨਾਨਕ ਸਾਹਿਬ ਕਹਿੰਦੇ, ਬੇਬੇ ਦਰਦ ਕਿਹਨੂੰ ਨਹੀਂ ਹੁੰਦਾ? ਦਰਦ ਸਭ ਨੂੰ ਹੁੰਦਾ ਹੈ, ਪਰ ਮੇਰਾ ਦਰਦ ਉਹਨਾਂ ਦਰਦਵੰਦਾਂ ਤੋਂ ਕਿਤੇ ਛੋਟਾ ਏ ਜਿਨ੍ਹਾਂ ਨੇ ਭੁੱਖ ਨਾਲ ਮਰ ਜਾਣਾ ਹੈ। ਉਦੋਂ ਮਹਾਰਾਜ ਨੇ 20 ਦਾ ਲਾਇਆ ਸੀ ਤੇ ਅਜੇ ਤਾਈਂ ਨਹੀਂ ਮੁੱਕਿਆ। ਜਿਨੀ ਗੁਰਮੁਖ ਨਾਮ ਧਿਆਇਆ, ਵਿੱਚ ਹੋ ਆਪ ਗਵਾਏ। ਜਿਹੜੀਆਂ ਗੁਰਮੁਖ ਰੂਹਾਂ ਨਾਮ ਜਪਦੀਆਂ, ਉਹਨਾਂ ਦੀ ਹਉਮੈ ਖਤਮ ਹੋ ਜਾਂਦੀ ਆ। ਭਾਵ ਮੈਂ ਨਹੀਂ ਕਰਦੇ। ਕਈ ਇਨਸਾਨ ਲੱਖਾਂ ਦੀ ਸੇਵਾ ਕਰ ਜਾਂਦੇ, ਕਹਿੰਦੇ ਬਾਬਾ ਜੀ ਮੇਰਾ ਨਾਂ ਨਾ ਲਿਓ, ਪਲੀਜ਼ ਮੇਰੀ ਬੇਨਤੀ ਹੈ, ਮੇਰਾ ਜ਼ਿਕਰ ਨਾ ਕਰਿਓ। ਇਹ ਭਾਵਨਾ ਹੁੰਦੀ ਵੀ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਹੋਏ ਅੰਦਰੋਂ ਬਾਹਰੋਂ ਨਿਰਮਲੇ, ਸੱਚੇ ਸੱਚ ਸਮਾਏ। ਬਾਰੇ ਕਹਿੰਦੇ ਐਸੀਆਂ ਰੂਹਾਂ ਅੰਦਰੋਂ ਵੀ ਨਿਰਮਲ ਆ ਤੇ ਬਾਹਰੋਂ ਵੀ। ਆਮ ਕਰਕੇ ਆਪਾਂ ਸਾਰੇ ਬਾਹਰੋਂ ਸੋਹਣੇ ਸੁਨੱਖੇ ਆ ਤੇ ਅੰਦਰ ਆਪਣੇ ਮੈਲੇ ਆ। ਅੱਖਾਂ ਵੀ ਮੈਲੀਆਂ, ਕੰਨ ਵੀ ਮੈਲੇ, ਜ਼ੁਬਾਨ ਵੀ। ਪਰ ਜਿਹੜੇ ਜਗਿਆਸੂ ਮਹਾਂਪੁਰਖ ਹੁੰਦੇ, ਉਹਨਾਂ ਦਾ ਅੰਦਰ ਵੀ ਦੁੱਧ ਵਰਗਾ ਤੇ ਬਾਹਰੋਂ ਵੀ ਦੁੱਧ ਵਰਗੇ। ਉਹ ਦੋਵੇਂ ਪਾਸੇ ਇੱਕ ਹੋ ਜਾਂਦੇ, ਸੱਚ ਦੇ ਵਿੱਚ ਸਮਾ ਜਾਂਦੇ ਹਨ। ਨਾਨਕ ਆਏ ਸੇ ਪਰਵਾਨ ਹੈ, ਜਿਨ ਗੁਰਮਤੀ ਹਰਿ ਧਿਆਏ। ਮਾਰੇ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਆਇਆ ਧਰਤੀ ਤੇ ਪ੍ਰਵਾਨ, ਜਿਨ੍ਹਾਂ ਦੇ ਅੰਦਰ ਗੁਰਮਤੀ, ਗੁਰੂ ਦੀ ਮੱਤ ਆ ਗਈ ਹੈ। ਉਹਨਾਂ ਨੂੰ ਪਤਾ ਲੱਗ ਗਿਆ ਵੀ ਦੁਨੀਆ ਕੀ ਹੈ, ਆ ਭੈਣ ਭਰਾ ਕੌਣ ਆ, ਕੀ ਲੈਣ ਆਏ ਆ। ਇਹ ਗੁਰੂ ਦੀ ਮੱਤ ਤੋਂ ਬਿਨਾਂ ਨਹੀਂ ਸਭ ਕੁਝ ਮਿਲਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਮੱਤ ਦਿੰਦੇ ਆ। ਉਦਮ ਮੱਤ ਪ੍ਰਭ ਅੰਤਰਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ। ਜਿਉਂ ਨਟੂਆ ਤੰਤ ਵਜਾਏ ਤੰਤੀ ਤਿਉ ਬਾਜੈ। ਜੰਤ ਜਨ ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ ਗਰਭ ਨਾ ਆਇਓ, ਫਿਰ ਸੰਕਟ ਜੋਨ ਗਰਭ ਨਾ ਆਇਓ, ਫਿਰ ਸੰਕਟ ਜੋਨ ਗਰਭ ਨ ਆਇਓ, ਫਿਰ ਸੰਕਟ ਜੋਨ ਗਰਭ ਨ ਆਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਮ ਬਹਿ ਅਰਦਾਸ, ਦਿਓ ਦਿਲ ਸਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ
सगल समगरी तुमरा सूत्र तारी। तुमरी गत नित तुमरी जानी। तुद आगे अरदास हमारी। कहो नानक सब तेरी वडियाई। जी कहो नानक सब बोलो जी वाहिगुरु। इक ओंकार वाहिगुरु जी की फतेह। श्री भगवती जी सहाय। वार श्री भगवती जी की पातशाही 10वीं प्रथम भगवती सिमरत। गुरु नानक नहीं ध्याए निरंजन गुरते अमरदास रामदासी मोहि सहाय। अर्जन हर गोबिंद नाम सिमरो श्री हरि राय। श्री हरि कृष्ण ध्याइयै जिस डिठे सब दुख जाए। तेग बहादुर सिमरिया घर नाम निता वैताए। सब थाई होए सहाय। 10वां पातशाह श्री गुरु गोबिंद सिंह साहिब सब थाई होए सहाय। 10 पातशाहियां दी जोत श्री गुरु ग्रंथ साहिब जी दे पाठ दीदार दा अंतर बोलो जी। पंजां प्यारियां 14 साहिबजादियां 40 मुक्तियां हटियां जपियां तपियां जिन्हां नाम जपिया। वंड छकिया देख चलाई ते गुवाही देख अनट कीता तना पुजारिया। सचियारियां दी कमाई दा अंतर खालसा जी बोलो जी। जिन्हां सिंघां सिंघणियां ने धर्म हेत शीस दिते। बंद बंद कटाए खोपरियां लोहाइयां चरखड़ियां ते चढ़ियारियां नाल चराए गए। गुरुद्वारियां दी सेवा लई कुर्बानियां कीतियां। धर्म नहीं हारिया सिੱਖੀ केसां। सुआसा संग निभाई तिन्हां दी कमाई दा ते अंतर खालसा जी बोलो जी। पंजां तख्तां सरबत गुरुद्वारियां दा ते अंतर बोलो जी। प्रथम सरबत खालसा जी की अरदास है जी। सरबत खालसा जी को वाहिगुरु 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 चित आवे। चितावन का सदका सर्व सुख होवे। जहाँ जहाँ खालसा जी साहेब तहाँ तहाँ रछिया रियायत देख तेग फतह बिरद की पैज। पंथ की जीत श्री साहिब जी सहाय। खालसा जी के बोल वाले बोलो जी। सिखां नूं सिखी दान के स्नान। रहत दान विवेक दान विसाह दान। रोसा दान नाना सरदान नाम दान। श्री अमृतसर साहिब जी के दर्शन इशनान चौकियां झंडे बुंगे जुगो जुगिया टल। धर्म का जयकार बोलो जी। सिखां दा मन नीवा मत उची मत पत के राखे। आप वाहिगुरु हे अकाल पुरख अपने पंथ दे सदा सहाई। दातार जीओ श्री ननकाना साहिब गुरुद्वारे गुरधामां दे जनात। पंथ नूं विछोड़िया गया खुले दर्शन दीदार। सेवा संभाल दा दान। प्यारे खालसा जी नूं बख्शो निमाणियां दे मान निथाणियां दे ताण। निओटियां दी ओट निआसरियां दे आसरे सतगुरु। श्री गुरु अर्जन देव जी महाराज पावन स्थान गुरुद्वारा बौली साहिब। तख्तां पर सुभाईमान सतगुरु गुरु ग्रंथ साहिब सच्चे पातशाह चरण कमलां पास। अरदास बेनती आप जी ने दर ते प्रवान करनी। आप जी ने कृपा की अमृत वेले तो दीवान सजे। सजे दीवाना विच नित ने बाणियां जाप। श्री आसा जी दी वार दे कीर्तन उपरंत लड़ीवार कथा विचारा होइयां। भुल चुक मुआफ करनी अगे तो समत बख्शनी बाणी।
ਬੜੀ ਸੁਣੀ ਦਰ ਪ੍ਰਵਾਨ ਕਰਨੀ, ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ। ਸਰਬੱਤ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਦਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਦਰੋਂ ਕਰੋ ਨਾਮਦਾਨ। ਗੁਰ ਸਿੱਖੀ ਜੀਵਨ ਬਖਸ਼ਣਾ, ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਣੇ ਦਰਸ਼ਨ। ਇਸ਼ਨਾਨ ਸਫਲੇ ਕਰਨੇ, ਯਾਤਰਾ ਸਫਲ ਕਰਨੀ, ਭੈ ਭਾਵਨੀ ਵਾਲਾ ਜੀਵਨ ਬਖਸ਼ਣਾ ਗਰੀਬ ਨਵਾਜ। ਬਖਸ਼ੀਆਂ ਦਾਤਾਂ ਵਿੱਚੋਂ ਆਪ ਜੀ ਦੇ ਹਜ਼ੂਰ ਅੰਮ੍ਰਿਤ ਕੜਾ ਪ੍ਰਸ਼ਾਦੀ ਦੇਗ ਸਾਜ ਕਰ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ। ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਅਸੀਸ ਦੇ ਬਚਨ ਇਲਾਹੀ ਫਰਮਾਨ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲੋ ਜਿਨ੍ਹਾਂ ਵੇਲੇ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਰਾ ਗਿਆ ਭਈ ਅਕਾਲ ਕੀ, ਸਭ ਸਿਕਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਝ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਏਂਗੇ। ਵਾਹਿਗੁਰੂ ਨਾਮ ਜਹਾਜ ਹੈ, ਜੋ ਛਲਦਾ ਕਰ ਸੇਵੰਦੇ। ਬੋਲੇ ਸੋਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਿਨਾਮ ਵਾਹਿਗੁਰੂ ਜੀ। ਸੋਹੀ ਮਹਲਾ ਪੰਜਵਾ। ਰਾਸ ਮੰਡਲ ਈਨੋ ਆਖਾਰਾ, ਸਗਲੋ ਸਾਜ ਰਖਿਓ ਪਾਸਾਰਾ। ਰਾਸ ਮੰਡਲ ਈਨੋ ਆਖਾਰਾ, ਸਗਲੋ ਸਾਜ ਰਖਿਓ ਪਾਸਾਰਾ। ਬਹੁ ਵਿਧ ਰੂਪ ਰੰਗ ਆਕਾਰਾ, ਦੇਖੈ ਖੁਸ਼ੀ ਭੋਗ ਨਹੀਂ ਹਾਰਾ। ਸਭ ਰਸ ਲੈਤ ਬਸਤ ਨਿਰਾਰਾ, ਬਰਨ ਚੇਹਣ ਨਾਹੀ ਮੁਖ ਨਾ ਵਾਸਾਰਾ। ਕਹਿਣ ਨ ਜਾਈ ਖੇਲ ਤੁਹਾਰਾ, ਨਾਨਕ ਰੇਣ ਸੰਤ ਚਰਨਾਰਾ। ਕਹਿਣ ਨ ਜਾਈ ਖੇਲ ਤੁਹਾਰਾ, ਨਾਨਕ ਰੇਣ ਸੰਤ ਚਰਨਾਰਾ। ਵਾਹਿਗੁਰੂ ਜੀ ਕਾ ਵਾਹਿਗੁਰੂ। ਗੁਰੂ ਪਿਆਰੀ ਸਾਰੀ ਸਾਧ ਸੰਗਤ ਜੀ ਆਇਓ। ਕੜਾ ਪ੍ਰਸ਼ਾਦੀ ਦੀ ਗੁਰੂ ਕੇ ਲੰਗਰ ਤਿਆਰ। ਆਪ ਸੰਗਤਾਂ ਨੂੰ ਸਤਿਗੁਰੂ ਮਹਾਰਾਜ ਯਾਤਰਾ ਸਫਲ ਕਰਨ। ਨਾਮਦਾਨ ਗੁਰਸਿੱਖੀ ਦੀ ਮਨੋਰਥ ਆਓ। ਹਜ਼ੂਰ ਦੇ ਹਜ਼ੂਰੀ ਰਾਗੀ ਦੇ ਚਰਨਾਂ ਸ਼ਬਦ ਕੀਰਤਨ ਸਰਵਣ ਕਰੀਏ। ਵਾਹਿਗੁਰੂ।